ਸਾਡਾ ਇਤਿਹਾਸ, ਸਾਡਾ ਸੱਭਿਆਚਾਰ ਇੱਕ ਦੁਨੀਆ ਨਾਲੋਂ ਨਿਰਾਲਾ ਤੇ ਦੁਨੀਆ ਨਾਲੋਂ ਵੱਖਰਾ ਹੈ। ਪਰ ਅੱਜ ਜਿਹੜੀ ਲੱਚਰਤਾ ਸਾਡੇ ਪੰਜਾਬ ਵਿੱਚ ਪਰੋਸੀ ਜਾ ਰਹੀ ਹੈ, ਅੱਜ ਜਿਹੜੀ ਲੱਚਰਤਾ ਸਾਡੇ ਮੰਨ ਲਓ ਕੌਮ ਦੇ ਵਿੱਚ, ਸਿੱਖਾਂ ਦੇ ਵਿੱਚ ਜਿਹੜੀ ਲੱਚਰਤਾ ਪਰੋਸੀ ਜਾ ਰਹੀ ਹੈ, ਉਹਦੇ ਬਾਰੇ ਕੀ ਕਹਿਣਾ? ਗਿੱਧੇ ਭੰਗੜੇ ਜਿਹਨੂੰ ਸਾਡੇ ਲੋਕ ਬੜੇ ਚੌੜੇ ਹੋ ਕਹਿੰਦੇ ਗਿੱਧਾ ਭੰਗੜਾ ਸਾਡਾ ਸੱਭਿਆਚਾਰ। ਕੌਣ ਕਹਿੰਦਾ ਜੀ ਸੱਭਿਆਚਾਰ? ਨਾ 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 ਨਾ, ਗਿੱਧਾ ਭੰਗੜਾ ਸਾਡਾ ਕੋਈ ਸੱਭਿਆਚਾਰ ਨਹੀਂ। ਨਹੀਂ ਨਹੀਂ ਨਹੀਂ, ਬਿਲਕੁਲ ਵੀ ਨਹੀਂ। ਪ੍ਰੋਫੈਸਰ ਮੋਹਨ ਸਿੰਘ ਮੇਲਾ ਲਾਇਆ ਗਿਆ ਲੁਧਿਆਣੇ ਦੀ ਧਰਤੀ, ਜਿਹਦੇ 'ਚ ਕਲਾਕਾਰ ਲਿਆਂਦੇ ਗਏ, ਘੱਟ ਕੱਪੜੇ ਪਾ ਕੇ ਲੜਕੀਆਂ ਨਚਾਈਆਂ ਗਈਆਂ, ਸਿਰ ਤੋਂ ਚੁੰਨੀਆਂ ਲਾ ਕੇ। ਵੱਡੀ ਉਮਰ ਦੇ ਬਜ਼ੁਰਗ ਵੀ ਕਹਿੰਦੇ ਅੱਡੀਆਂ ਚੁੱਕ ਚੁੱਕ ਕੇ ਵੇਖਣ ਲੱਗੇ, ਕਿਉਂਕਿ ਕੀਰਤਨੀਏ ਸੀ, ਕੀਰਤਨ ਸਿੱਖ ਕੇ ਫੀਲਡ ਵਿੱਚ ਆਏ ਸੀ। ਪਰ ਉਸ ਤੋਂ ਬਾਅਦ ਜਦੋਂ ਦੇਖਿਆ ਕਿ ਇੱਧਰਲੇ ਪਾਸੇ ਕੁਛ ਨਹੀਂ ਬਣਿਆ ਤੇ ਕੀਰਤਨ ਨੂੰ ਛੱਡ ਕੇ ਉਹ ਕਲਾਕਾਰ, ਪੱਗਾਂ ਵਾਲੇ ਕਲਾਕਾਰ ਅੱਜ ਮੋਨੇ ਆ। ਬਹੁਤ ਕਲਾਕਾਰ ਹੈਗੇ ਨੇ ਜਿਹੜੇ ਕਿ ਪੱਗਾਂ ਬੰਨ੍ਹ ਕੇ ਆਏ ਸੀ ਇਸ ਫੀਲਡ 'ਚ। ਉਹਨਾਂ ਨੂੰ ਪਤਾ ਲੱਗਿਆ ਵੀ ਪੱਗਾਂ ਨਾਲ ਬਹੁਤੀ ਗੱਲ ਨਹੀਂ ਬਣਨੀ, ਉਹਨਾਂ ਨੇ ਲਾਤੀਆਂ। ਮੈਨੂੰ ਮੌਕਾ ਮਿਲਿਆ ਸੀ ਕਿਸੇ ਵੀਰ ਕੋਲੋਂ ਕਿ ਮੈਂ 1984 ਦੇ ਸਮੇਂ ਦੀ ਨਾ ਇੱਕ ਫੋਟੋ ਦੇਖੀ, ਇੱਕ ਕਾਲਜ ਦੀ ਫੋਟੋ, ਜਿਹਦੇ ਵਿੱਚ ਜਿੰਨੇ ਵੀ ਸਟੂਡੈਂਟ ਖੜੇ ਨੇ, ਨੌਜਵਾਨ ਭੈਣਾਂ ਜਾਂ ਨੌਜਵਾਨ ਵੀਰ ਖੜੇ ਨੇ, ਵੀਰਾਂ ਦੇ ਸਿਰ ਤੇ ਪੱਗ ਹੈ ਤੇ ਭੈਣਾਂ ਦੇ ਸਿਰ ਤੇ ਚੁੰਨੀ ਹੈ। ਵੀ ਸੱਭਿਆਚਾਰ ਵਿਆਹਾਂ ਦੇ ਵਿੱਚ ਆਇਆ। ਅੱਜ ਇੱਕ ਸਿੱਖ ਦਾ ਵਿਆਹ ਵੀ ਆਰਕੈਸਟਰਾ ਬਣਾ ਨਹੀਂ ਹੁੰਦਾ। ਵੱਡੇ ਵੱਡੇ ਇੱਥੋਂ ਤੱਕ ਕਿ ਕੁਝ ਪ੍ਰਚਾਰਕ ਆਪਣੇ ਆਪ ਨੂੰ, ਉਹਨਾਂ ਦੇ ਵਿਆਹ ਵਿੱਚ ਵੀ ਡੀਜੇ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਮਤਿ ਵਿਵੇਕ ਚੈਨਲ। ਮੈਂ ਹਾਂ ਪ੍ਰਗਟ ਸਿੰਘ। ਅੱਜ ਅਸੀਂ ਸਾਰੇ ਸਰੋਤਿਆਂ ਦੇ ਨਾਲ ਇੱਕ ਵਿਸ਼ੇਸ਼ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਦੇ ਪ੍ਰੋਗਰਾਮ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਸਿੱਖੀ ਸੱਭਿਆਚਾਰ ਉੱਤੇ ਲੱਚਰਤਾ ਦਾ ਪ੍ਰਭਾਵ। ਇਸ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਸਾਰੇ ਸਰੋਤਿਆਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜਾ ਇਹ ਵਿਸ਼ਾ ਇੱਦਾਂ ਦਾ ਵਿਸ਼ਾ ਬਣ ਚੁੱਕਿਆ ਹੈ ਕਿ ਜਿਹੜਾ ਸਿੱਖਾਂ ਦਾ ਸੱਭਿਆਚਾਰ ਹੈ ਨਾ, ਉਹ ਇੱਕ ਬਾਕਮਾਲ, ਇੱਕ ਵਿਲੱਖਣ ਸੱਭਿਆਚਾਰ ਹੈ। ਸਿੱਖ ਇਤਿਹਾਸ ਇੱਕ ਵਿਲੱਖਣ ਇਤਿਹਾਸ ਹੈ ਕਿ ਇਸ ਤਰ੍ਹਾਂ ਦਾ ਬੜੀਆਂ ਕੌਮਾਂ ਨੇ ਸੰਸਾਰ ਦੇ ਅੰਦਰ, ਦੁਨੀਆ 'ਚ ਬਹੁਤ ਕੌਮਾਂ ਨੇ, ਪਰ ਜੋ ਇਤਿਹਾਸ ਸਿੱਖ ਕੌਮ ਨੇ ਬਣਾਇਆ ਹੈ, ਜੋ ਕੁਰਬਾਨੀਆਂ ਸਿੱਖ ਕੌਮ ਨੇ ਕੀਤੀਆਂ ਨੇ, ਜੋ ਸਿਧਾਂਤ ਸਿੱਖਾਂ ਦੇ ਨੇ, ਬਹੁਤ ਘੱਟ ਚਾਂਸ ਹੋਣਗੇ ਕਿ ਕਿਸੇ ਹੋਰ ਕੌਮ ਦੇ ਹੋਣ। ਇੱਕ ਵਿਲੱਖਣਤਾ ਹੈ, ਇੱਕ ਸਿਧਾਂਤ, ਇੱਕ ਮਰਜ਼ਾਦਾ ਜਿਹੜੀ ਸਿੱਖ ਕੌਮ ਦੀ ਬਾਕਮਾਲ ਮਰਜ਼ਾਦਾ, ਬਾਕਮਾਲ ਇਤਿਹਾਸ ਹੈ। ਪਰ ਕੀ ਹੋਇਆ ਜੀ, ਸਮੇਂ-ਸਮੇਂ 'ਤੇ ਦੁਸ਼ਮਣ ਨੇ, ਸਮੇਂ-ਸਮੇਂ 'ਤੇ ਸਰਕਾਰਾਂ ਨੇ ਬੜੀਆਂ ਚਾਲਾਂ ਚੱਲਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ, ਸਿੱਖ ਕੌਮ ਨੂੰ ਢਾਹ ਲਾ ਕੇ ਇਹਨਾਂ ਦੇ ਇੱਕ ਅਮੀਰ ਵਿਰਸੇ ਦੇ ਵਿੱਚ, ਇੱਕ ਅਮੀਰ ਸੱਭਿਆਚਾਰ ਦੇ ਵਿੱਚ ਮਿਲਾਵਟ ਕੀਤੀ ਜਾਵੇ। ਇਹਨਾਂ ਨੂੰ ਉਲਝਾ ਕੇ ਇਹਨਾਂ ਦਾ ਇੱਕ ਅਨੋਖਾ ਤੇ ਇੱਕ ਵੱਖਰਾ, ਇੱਕ ਅਮੀਰ ਸੱਭਿਆਚਾਰ ਮਲੀਆਮੇਟ ਕੀਤਾ ਜਾਵੇ। ਇਹ ਜਿਹੜਾ ਅੱਜ ਅਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਰਹੇ ਹਾਂ, ਕਿਹੜੇ ਕਿਹੜੇ ਪ੍ਰਭਾਵ ਨੇ ਸਿੱਖੀ ਸੱਭਿਆਚਾਰ ਦੇ ਉੱਪਰ, ਜਿਹੜੇ ਲੱਚਰਤਾ ਦੇ ਅੱਜ ਪ੍ਰਭਾਵ ਪੈ ਕੇ ਸਾਡੇ ਪੰਜਾਬ ਦੇ ਸਿੱਖਾਂ ਦੇ ਨੌਜਵਾਨ ਜਿਹੜੇ ਅੱਜ ਗਲਤ ਸੰਗਤ ਜਾਂ ਮਾੜੇ ਆਦਤਾਂ ਵਾਲੇ ਪਾਸੇ ਨੂੰ ਚੱਲ ਪਏ ਨੇ। ਇਸ ਵਿਸ਼ੇ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਬਹੁਤ ਹੀ ਸਤਿਕਾਰਯੋਗ ਪ੍ਰਚਾਰਕ ਵੀਰ ਰਘਵੀਰ ਸਿੰਘ ਜੀ ਖਿਆਲੀਵਾਲਾ ਤੋਂ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਨੇ। ਅੱਜ ਇਸ ਵਿਸ਼ੇ 'ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਆਓ ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਸਵਾਗਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਅੱਜ ਜਿਹੜਾ ਆਪਣਾ ਵਿਸ਼ਾ ਹੈ ਉਹ ਹੈਗਾ ਸਿੱਖ ਸੱਭਿਆਚਾਰ ਉੱਤੇ ਲੱਚਰਤਾ ਦਾ ਪ੍ਰਭਾਵ ਜੀ। ਤੇ ਬੜਿਆਂ ਲੋਕਾਂ ਦੇ ਵੱਲੋਂ ਲੱਚਰਤਾ ਦੇ ਨਾਲ ਸੰਗੀਤ ਨੂੰ ਜੋੜਿਆ ਜਾਂਦਾ ਹੈ ਜੀ ਜੀ, ਕਿ ਸੰਗੀਤ ਹੈ ਜਿਹੜਾ, ਇਹਦੇ ਵਿੱਚ ਲੱਚਰਤਾ ਹੈ, ਇੱਦਾਂ। ਪਰ ਸਭ ਤੋਂ ਪਹਿਲਾ ਸਵਾਲ ਮੈਂ ਇਹ ਕਰੂੰਗਾ ਕਿ ਗੁਰਬਾਣੀ ਦਾ ਸੰਗੀਤ ਨਾਲ ਬੜਾ ਗੂੜਾ ਸੰਬੰਧ ਹੈ। ਇਹਦੇ ਬਾਬਤ ਸਾਡੀ ਸੰਗਤਾਂ ਨੂੰ, ਜਿਹੜਾ ਸਰੋਤਿਆਂ ਨੂੰ ਇਹ ਕਲੀਅਰ ਕਰੋ, ਕੀ ਮੇਲ ਜੋਲ ਹੈ ਗੁਰਬਾਣੀ ਦਾ ਸੰਗੀਤ ਦੇ ਨਾਲ। ਮੰਨ ਲਓ ਜਿਹੜਾ ਸੰਗੀਤ ਅੱਜ ਲੱਚਰਤਾ ਵਾਲਾ ਸੰਗੀਤ ਹੈ, ਇੱਕ ਪਾਸੇ ਗੁਰਬਾਣੀ ਵਾਲਾ, ਇਹਨਾਂ ਦੋਹਾਂ ਦੇ ਵਿੱਚ ਕੀ ਫਰਕ ਹੈ? ਹਾਂਜੀ ਪ੍ਰਗਟ ਸਿੰਘ ਜੀ, ਦੇਖੋ, ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਦੇ ਹਾਂ ਨਾ ਜੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਦਾਸੀਆਂ ਆਰੰਭ ਕੀਤੀਆਂ ਜੀ, ਜਾਂ ਆਪਾਂ ਇਹ ਕਹਿ ਲਈਏ ਵੀ ਜਦੋਂ ਤੋਂ ਇੱਕ ਓਂਕਾਰ ਨੂੰ ਉਚਾਰਨ ਕੀਤਾ, ਬਿਲਕੁਲ ਜੀ, ਉਹਨਾਂ ਨੇ ਨਾਲ ਭਾਈ ਮਰਦਾਨੇ ਜੀ ਨੂੰ ਲਿਆ। ਬਿਲਕੁਲ।
ਤੇ ਭਾਈ ਮਰਦਾਨਾ ਜੀ ਦਾ ਪਿਛੋਕੜ ਆਪਾਂ ਜੇ ਪੜ੍ਹਦੇ ਹਾਂ ਵੀ ਉਹਨਾਂ ਸਮਿਆਂ ਦੇ ਵਿੱਚ ਇਵੇਂ ਜ਼ਿਕਰ ਮਿਲਦਾ ਵੀ ਲੋਕ ਉਹਨਾਂ ਨੂੰ ਮਰਾਸੀ ਕਹਿੰਦੇ ਸੀ ਜੀ, ਜਿਨ੍ਹਾਂ ਦਾ ਕੰਮ ਗਾਉਣਾ ਵਜਾਉਣਾ ਹੁੰਦਾ ਸੀ, ਭਾਵ ਕਿ ਪਿਤਾ ਪੁਰਖੀ ਜਿਨ੍ਹਾਂ ਕੋਲੇ ਸੰਗੀਤ ਦੀ ਨੌਲੇਜ ਸੀ ਹੈ ਨਾ। ਮੈਂ ਤੇ ਬਹੁਤ ਵਾਰੀ ਇਹ ਵੀ ਕਹਿਣਾ ਹੁੰਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਛੋਹ ਹੀ ਐਸੀ ਸੀ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਇਹੋ ਜਿਹੀ ਸੀ ਜਿਹੜੀ ਕਿ ਭਾਈ ਮਰਦਾਨੇ ਨੂੰ ਚੁਣਿਆ। ਹੋ ਸਕਦਾ ਮਰਦਾਨੇ ਕੇ ਖਾਨਦਾਨ ਦੇ ਵਿੱਚ ਉਹ ਰਾਗਾਂ ਦੇ ਸੰਬੰਧ ਵਿੱਚ ਨਾ ਜਾਣਕਾਰੀ ਹੋਵੇ, ਨਾ ਉਸ ਚੀਜ਼ ਨੂੰ ਸਮਝਿਆ ਗਿਆ ਹੋਵੇ। ਮੇਰਾ ਮੰਨਣਾ ਹੈ ਵੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਦੇ ਦਿੱਤਾ, ਮਰਦਾਨੇ ਦੇ ਸਿਰ ਤੇ ਹੱਥ ਰੱਖ ਦਿੱਤਾ, ਜੋ ਮਰਦਾਨੇ ਤੇ ਬਖਸ਼ਿਸ਼ ਕਰ ਦਿੱਤੀ ਵੀ ਮਰਦਾਨੇ ਹੁਣ ਇਹ ਤੇਰੀ ਰਵਾਬ ਹੈ ਨਾ ਜਿਹੜੀ, ਇਹ ਸਿਰਫ ਤੇ ਸਿਰਫ ਗੁਰੂ ਨਾਨਕ ਦੇ ਘਰ 'ਚ ਵੱਜੂਗੀ, ਜਿਹੜੀ ਕਿ ਸਾਰੀ ਗੁਰਬਾਣੀ ਰਾਗਾਂ ਦੇ ਵਿੱਚ ਪਾਤਸ਼ਾਹ ਨੇ ਉਚਾਰੀ ਹੈ। ਕਿਉਂਕਿ ਰਾਗ ਦਾ ਬੜਾ ਸੰਬੰਧ ਹੈ ਜੀ, ਤੇ 31 ਰਾਗ ਨੇ ਗੁਰਬਾਣੀ 'ਚ ਜੀ। ਭਾਵੇਂ ਰਾਗਾਂ ਦੀ ਮੈਨੂੰ ਨਹੀਂ ਬਹੁਤੀ ਨੌਲੇਜ, ਪਰ ਜਿੰਨਾ ਕੁ ਮੈਂ ਪੜ੍ਹਿਆ ਜਾਂ ਜਿੰਨੀ ਕੁ ਮੈਨੂੰ ਸਮਝ ਹੈ, ਕਿਉਂਕਿ ਰਾਗ ਦੀ ਇੱਕ ਆਪਣੀ ਅਹਿਮੀਅਤ ਹੈ ਬਿਲਕੁਲ ਜੀ, ਜਿਹੜੀ ਕਿ ਸਾਡਾ, ਮੈਂ ਇਹ ਵੀ ਕਹੂੰਗਾ ਸਾਡਾ ਸਿੱਖ ਸਮਾਜ ਇਹਨੂੰ ਸਮਝ ਨਹੀਂ ਸਕਿਆ। ਮਾਫ ਕਰਨਾ, ਅੱਜ ਕਥਾ ਤੇ ਲੋਕ ਸੁਣ ਲੈਂਦੇ ਨੇ, ਭਾਵੇਂ ਕਿ ਮੈਂ ਵੀ ਇੱਕ ਕਥਾਵਾਚਕ ਹਾਂ, ਪਰ ਕੀਰਤਨ ਨੂੰ ਲੋਕ ਬਹੁਤੇ, ਸਾਰੇ ਨਹੀਂ, ਉਹ ਸੁਣਨਾ ਪਸੰਦ ਨਹੀਂ ਕਰਦੇ। ਉਹਨਾਂ ਨੂੰ ਇਵੇਂ ਲੱਗਦਾ ਵੀ ਕੀਰਤਨ, ਅੱਛਾ ਕੀਰਤਨ ਵਾਲਾ ਯਾਰ, ਚਲੋ ਠੀਕ ਹੈ। ਜਿਨ੍ਹਾਂ ਨੂੰ ਤੇ ਸਮਝ ਹੈ ਉਹਨਾਂ ਨੂੰ ਤਾਂ ਪਤਾ ਵੀ ਵੱਡੀ ਵੱਡੀ ਦਾਤ ਹੈ, ਕਿਉਂਕਿ ਕੀਰਤਨ ਵਾਸਤੇ ਮਿਹਨਤ ਵੀ ਚੌਗਣੀ ਹੈ ਕਥਾ ਨਾਲੋਂ, ਤੁਹਾਨੂੰ ਪਤਾ, ਤੁਹਾਡਾ ਫੀਲਡ ਹੈ। ਪਰ ਕਥਾ ਨੂੰ ਕਿਉਂ ਸੁਣਦੇ ਨੇ? ਕਥਾ ਦੇ ਵਿੱਚ ਬਹੁਤ ਗੱਲਾਂ, ਉਹ ਵੀ ਪਰਿਵਾਰਕ ਗੱਲਾਂ ਵੀ ਕੀਤੀਆਂ ਜਾਂਦੀਆਂ। ਤੇ ਮਾਫ ਕਰਨਾ, ਅੱਜ ਤੇ ਕਥਾ ਵੀ ਜਿਵੇਂ ਆਪਾਂ ਕਹਿੰਦੇ ਹਾਸੇ ਚੁਟਕਲਿਆਂ ਵਾਲੀਆਂ ਚੱਲ ਪਈਆਂ। ਬਾਬੇ ਵੀ ਸਾਡੇ ਇੱਦਾਂ ਦੇ ਮਤਲਬ ਰੰਗੀਨ ਜੀਆਂ ਗੱਲਾਂ, ਇੱਦਾਂ ਪਰਿਵਾਰਕ ਗੱਲਾਂ, ਬਸ ਸਿਰਫ ਉਹੀ ਕਰੀ ਜਾਣੀਆਂ, ਗੁਰਬਾਣੀ ਵਾਲੇ ਬੰਨੇ ਤੇ ਜਾਂਦੇ ਹੀ ਨਹੀਂ। ਤੇ ਲੋਕਾਂ ਨੂੰ ਉਹ ਚੰਗੀਆਂ ਲੱਗਦੀਆਂ। ਤੇ ਸੰਗੀਤ ਤੋਂ ਦੂਰੀ, ਮੈਂ ਕਹਿਣਾ ਵੀ ਮਤਲਬ ਕਿਤੇ ਨਾ ਕਿਤੇ ਇਹ ਵੀ ਕਾਰਨ ਹੈ ਵੀ ਲੋਕਾਂ ਨੂੰ ਚਟਪਟੀਆਂ ਗੱਲਾਂ ਸੁਣਾਉਂਦੇ ਆ। ਕੀਰਤਨ ਦਾ ਰਸ ਤਾਂ ਹੀ ਆਵੇ ਨਾ ਜੋ ਉੱਧਰਲੇ ਪਾਸਿਓਂ ਸਾਡਾ ਧਿਆਨ ਹਟੇ। ਤੇ ਮੈਂ ਸਮਝਦਾ ਵੀ ਬੰਦੇ ਦੇ ਅੰਦਰ ਪ੍ਰਮਾਤਮਾ ਨੇ, ਹਰ ਬੰਦੇ ਦੇ ਅੰਦਰ, ਕਿਸੇ ਵੀ ਕੌਮ ਧਰਮ 'ਚ ਜੰਮਿਆ, ਕਿਉਂਕਿ ਇਨਸਾਨ ਆ ਨਾ ਆਪਾਂ ਸਾਰੇ, ਹਰ ਬੰਦੇ ਦੇ ਅੰਦਰ ਉਹਨੇ ਇੱਕ ਪਰਮੇਸ਼ਰ ਨੇ ਧੁਨੀ ਪਾਈ ਹੋਈ ਹੈ, ਉਹ ਖਿੱਚ ਪਾਈ ਹੋਈ ਹੈ, ਜਿਹੜੀ ਕਿ ਇੱਕ, ਜਿਹਨੂੰ ਆਪਾਂ ਗੁਰਬਾਣੀ ਵਿੱਚ ਅਨਹਦ ਨਾਦ ਵੀ ਕਿਹਾ ਜਾਂਦਾ ਹੈ, ਉਹਨੂੰ ਗੁਰਬਾਣੀ ਦੇ ਵਿੱਚ ਰੂਹਾਨੀ ਮਤਲਬ ਇੱਕ ਖਿੱਚ ਵੀ ਕਿਹਾ ਜਾਂਦਾ ਹੈ, ਉਹ ਇੱਕ ਅੰਦਰ ਦੀ ਧੁਨ ਵੀ ਕਿਹਾ ਜਾਂਦਾ, ਜਿਹੜੀ ਕਿ ਸਾਨੂੰ ਉਸ ਪਰਮਾਤਮਾ ਦੇ ਨਾਲ ਇੱਕਮਿਕ ਕਰਦੀ ਹੈ। ਬਿਲਕੁਲ ਜੀ, ਜਿਹਨੂੰ ਕਿ ਆਪਾਂ ਕਹਿੰਦੇ ਆਨੰਦਮਈ ਜੀਵਨ ਬਣਦਾ, ਉਹਦੇ ਅੰਦਰ ਉਹਨੂੰ ਇੱਕ ਇੱਦਾਂ ਰਸ ਮਹਿਸੂਸ ਹੁੰਦਾ। ਵੈਸੇ ਗੱਲਾਂ ਜ਼ਬਾਨ ਤੋਂ ਕੀਤੀਆਂ ਜਾ ਸਕਦੀਆਂ, ਪਰ ਇਹਨੂੰ ਉਦਾਂ ਬਿਆਨ ਨਹੀਂ ਕੀਤਾ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਇਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ, ਜਿੱਦਾਂ ਆਪਾਂ ਕਹਿ ਲਈਏ ਕਿ ਸਵਾਦ ਨੂੰ ਦਿਖਾਇਆ ਨਹੀਂ ਜਾ ਸਕਦਾ, ਮਹਿਸੂਸ ਕੀਤਾ ਜਾ ਰਿਹਾ। ਹਵਾ ਨੂੰ ਮਹਿਸੂਸ ਕੀਤਾ ਜਾ ਰਿਹਾ, ਖੁਸ਼ਬੂ ਨੂੰ ਮਹਿਸੂਸ ਕੀਤਾ ਜਾ ਸਕਦਾ। ਬਿਲਕੁਲ, ਕਿਉਂਕਿ ਜਿਹੜਾ ਇਹ ਆਨੰਦ ਹੈ ਇਹਨੂੰ ਵੀ ਇੱਕ ਮਹਿਸੂਸ ਕਰਨਾ, ਮਹਿਸੂਸ ਕਿਉਂਕਿ ਬਾਣੀ ਦੇ ਵਾਕ ਹੈ ਨਾ ਵੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਪਰਮਾਤਮਾ ਦੇ ਭਗਤ ਹੈ, ਜਿਹੜੇ ਗੁਰਬਾਣੀ ਦੇ ਭਗਤ ਹੈ। ਆਮ ਦੁਨਿਆਵੀ ਬੰਦੇ ਉਹਨਾਂ ਨੂੰ ਪਾਗਲ ਤੱਕ ਵੀ ਕਹਿ ਦਿੰਦੇ ਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭੂਤਨਾ ਬੇਤਾਲਾ ਕਹਿਆ, ਬਾਣੀ 'ਚ ਦਰਜ ਕੀਤਾ ਪਾਤਸ਼ਾਹ ਨੇ, ਡਲੇ ਮਾਰੇ ਪਾਤਸ਼ਾਹ ਨੂੰ। ਪਰ ਜਿਨ੍ਹਾਂ ਨੂੰ ਕਹਿ ਲਈਏ ਕਿ ਕੀਰਤਨ ਦਾ ਪਤਾ ਹੈ, ਜਾਂ ਜਿਨ੍ਹਾਂ ਨੂੰ ਗੁਰਬਾਣੀ ਕੀਰਤਨ ਦੀ ਨੌਲੇਜ ਹੈ, ਜਾਂ ਰਾਗਾਂ ਦੀ ਨੌਲੇਜ ਹੈ, ਬਹੁਤ ਕੀਰਤਨੀ ਇੱਦਾਂ ਦੇ ਨੇ ਜਿਹੜੇ ਕਿ ਗੁਰਬਾਣੀ ਨੂੰ ਇੱਕ ਤਰਤੀਬ ਨਾਲ, ਰਾਗਾਂ ਮੁਤਾਬਕ, ਇੱਕ ਮਰਿਆਦਾ ਦੇ ਵਿੱਚ ਪੜ੍ਹਦੇ ਨੇ। ਤੇ ਜਦੋਂ ਉਹਨਾਂ ਦਾ ਕੀਰਤਨ ਸੁਣਦੇ ਆ, ਇੱਕ ਬੜਾ ਖੇੜਾ, ਇੱਕ ਮਨ ਵੱਜ ਜਾਂਦਾ, ਇੱਕ ਟਿਕਾ ਦੇ ਵਿੱਚ ਆ ਜਾਂਦਾ। ਤੇ ਇੱਕ ਸਾਡੇ ਆਪਾਂ ਇਹ ਵੀ ਕਹਿ ਲਈਏ ਕਿ ਉਹ ਵੀ ਕੀਰਤਨੀਏ ਨੇ ਜਿਹੜੇ ਫਿਲਮੀ ਟਿਊਨਾਂ ਤੇ, ਗਾਣਿਆਂ ਦੀਆਂ ਟਿਊਨਾਂ ਤੇ ਵੀ ਮੰਨ ਲਓ ਕੀਰਤਨ ਕਰ ਜਾਂਦੇ ਨੇ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਪ੍ਰਗਟ ਸਿੰਘ ਜੀ, ਇੱਕ ਗੱਲ ਆਪਣੀ ਥੋੜ੍ਹੀ ਰਹਿ ਗਈ ਵਿੱਚ, ਮੈਂ ਜਿਹੜੀ ਗੱਲ ਕਰ ਰਿਹਾ ਸੀ ਮੈਂ ਲੜੀ ਜੋੜ ਦੇਵਾਂ ਵੀ ਉਸ ਪਰਮੇਸ਼ਰ ਨੇ ਹਰ ਬੰਦੇ ਦੇ ਅੰਦਰ ਉਹ ਪਾਇਆ ਹੋਇਆ ਹੈ ਨਾ, ਉਹਨੂੰ ਸੁਣਨਾ ਚੰਗਾ ਲੱਗਦਾ, ਕੁਛ ਨਾ ਕੁਛ ਸੁਣਦਾ ਹੈ। ਛੋਟਾ ਜਿਹਾ ਬੱਚਾ ਦੇਖੋ, ਤੁਸੀਂ ਉਹਨੂੰ ਇੱਦਾਂ ਬੁਲਾਓ, ਤੁਹਾਡੀ ਆਵਾਜ਼ ਵੱਲ ਆਕਰਸ਼ਿਤ ਹੁੰਦਾ। ਤੇ ਜਿਹੜਾ ਬੰਦਾ ਗੂੰਗਾ ਹੁੰਦਾ ਨਾ, ਉਹ ਬੋਲਾ ਵੀ ਹੁੰਦਾ। ਬਿਲਕੁਲ, ਕਿਉਂਕਿ ਸੁਣ ਕੇ ਬੋਲਣ ਲੱਗਦਾ, ਕੁਛ ਨਾ ਕੁਛ ਸੁਣਦਾ। ਤੇ ਹੁਣ ਉਹਨੇ ਸੁਣਨਾ ਕੀ ਹੈ ਜਾਂ ਉਹਨੂੰ ਸੁਣਾਇਆ ਕੀ ਜਾਂਦਾ ਹੈ, ਇਹ ਉਹਦੇ ਤੇ ਡਿਪੈਂਡ ਕਰਦਾ। ਤੇ ਅਗਲੀ ਗੱਲ ਤੁਸੀਂ ਕੀਤੀ ਹੈ ਵੀ ਜੋ ਕੀਰਤਨ ਦਾ ਟਿਊਨਾਂ ਨੇ ਜਾਂ ਸਾਡੇ ਕੀਰਤਨੀਏ ਨੇ, ਵੀ ਉਹ ਕਿਵੇਂ ਮਤਲਬ ਗੁਰਬਾਣੀ ਨੂੰ ਇੱਦਾਂ ਫਿਲਮੀ ਤਰਜ਼ਾਂ ਤੇ ਵੀ ਉਹ ਪੇਸ਼ ਕਰ ਦਿੰਦੇ ਨੇ। ਇਹ 'ਚ ਕੋਈ ਸ਼ੱਕ ਨਹੀਂ, ਇਹ ਚੱਲ ਰਿਹਾ ਅੱਜ ਨਹੀਂ, ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ। ਕਿਉਂ ਚੱਲ ਰਿਹਾ? ਲੋਕਾਂ ਨੂੰ ਕੀਰਤਨ ਦੀ ਸੋਝੀ ਨਾ ਹੋਣ ਕਰਕੇ। ਬਿਲਕੁਲ, ਕਿਉਂਕਿ ਸੋਝੀ ਨਹੀਂ, ਸਮਝ ਨਹੀਂ, ਉਹਨਾਂ ਨੂੰ ਵੀ ਲੱਗਦਾ ਵੀ ਜਿੱਦਾਂ ਦੇ ਲੋਕ ਆ ਉਸ ਲੈਵਲ ਦੀ ਗੱਲ ਕਰੋ, ਉਨੀ ਕੁ ਗੱਲ ਉਹ ਕਰਦੇ ਨੇ। ਉਹਨਾਂ ਦੀ, ਮੈਂ ਵੀ ਇਹ ਸੋਚਦਾ ਵੀ ਉਹਨਾਂ ਦੀ ਆਪਣੀ ਮਜਬੂਰੀ ਹੈ, ਹੈ ਨਾ, ਕਿਉਂਕਿ ਸਾਰੇ ਤੇ ਬਹੁਤ ਸਤਿਕਾਰਯੋਗ ਆ ਜਿਹੜੇ
ਕੀਰਤਨ ਕਥਾ ਕਰਦੇ ਆ ਅੰਦਰ ਦਰਦ ਲੈ ਕੇ, ਪਰ ਜਿਹੜੇ ਰੋਟੀਆਂ ਕਾਰਨ ਪੂਰਾ ਤਾਲ, ਮੈਂ ਗੱਲ ਉਹਨਾਂ ਦੀ ਕਰ ਰਿਹਾ। ਸਾਰੇ ਨਹੀਂ ਇੱਕ ਕੈਟਾਗਰੀ ਚ ਆਉਂਦੇ, ਪਰਿਵਾਰ ਸਾਰੇ ਪਾਲਦੇ ਆ, ਪੈਸਿਆਂ ਦੀ ਸਭ ਨੂੰ ਜ਼ਰੂਰਤ ਹੈ, ਪਰ ਇੱਕ ਹੱਦ, ਇੱਕ ਲਿਮਟ ਹੁੰਦੀ ਹੈ। ਬਿਲਕੁਲ। ਤੇ ਉਹਨਾਂ ਲੋਕਾਂ ਨੇ ਮਤਲਬ ਇਸ ਚੀਜ਼ ਨੂੰ ਇਵੇਂ ਲੈ ਲਿਆ ਵੀ ਬਸ ਸੰਗਤ ਇਹ ਚਾਹੁੰਦੀ ਹੈ ਹਨਾ, ਲੋਕ ਇਵੇਂ ਚਾਹੁੰਦੇ ਆ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਰਾਗਾਂ ਦੀ, ਜੇ ਰਾਗਾਂ ਦੇ ਵਿੱਚ ਕੀਰਤਨ ਕਰਨਾ ਹੋਵੇ ਨਾ, ਜੇ ਦਰਬਾਰ ਸਾਹਿਬ ਦੀ ਗੱਲ ਕਰੀਏ, ਮੇਰੀ ਇੱਕ ਸਿੰਘ ਨਾਲ ਗੱਲ ਹੋਈ, ਭਾਈ ਰਣਧੀਰ ਸਿੰਘ ਜੀ ਰਾਗੀ ਹੋਏ ਨੇ ਦਰਬਾਰ ਸਾਹਿਬ ਦੇ, ਜਿਹੜੇ ਕਿ ਹੁਣ ਉਹ ਰਿਟਾਇਰ ਹੋ ਚੁੱਕੇ ਨੇ ਉੱਥੋਂ ਜੀ। ਮੈਨੂੰ ਕੁਝ ਸਮਾਂ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ, ਹੁਣ ਵੀ ਕਦੇ ਕਦੇ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ ਜੀ। ਤੇ ਉਹ ਦੱਸ ਰਹੇ ਸੀ, ਉਹ ਕਹਿੰਦੇ ਵੀ ਮਾਫ਼ ਕਰਨਾ ਇਹ ਗੱਲ, ਮੈਂ ਸ਼ਾਇਦ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਬੋਲ ਰਿਹਾ ਵੀ ਉਹਨਾਂ ਨੂੰ ਸ਼ਾਇਦ ਨਾ ਚੰਗੀ ਲੱਗੇ, ਕਿਉਂਕਿ ਬਹੁਤ ਗੱਲਾਂ ਇੱਦਾਂ ਦੀਆਂ ਹੁੰਦੀਆਂ ਨਹੀਂ ਬੋਲਣੀਆਂ ਹੁੰਦੀਆਂ। ਬਿਲਕੁਲ। ਉਹ ਕਹਿੰਦਾ ਵੀ ਬਹੁਤੇ ਕੀਰਤਨੀਏ ਅੱਜ ਇੱਦਾਂ ਦੇ ਆ ਜਿਨ੍ਹਾਂ ਕੋਲ ਸ਼ਬਦਾਂ ਦੇ ਸਿਰਫ ਰੱਟੇ ਨੇ। ਬਿਲਕੁਲ ਜੀ। ਉਹਨਾਂ ਦੀ ਕੋਈ ਉਵੇਂ ਤਿਆਰੀ ਨਹੀਂ ਹੈ ਜਿਹੜੀ ਕਿ ਪ੍ਰੋਪਰ ਹੋਣੀ ਚਾਹੀਦੀ ਹੈ, ਜਿਹੜੀ ਕਿ ਦਰਬਾਰ ਸਾਹਿਬ ਤੋਂ ਰਾਗਾਂ ਦੇ ਵਿੱਚ ਕੀਰਤਨ ਹੋਣਾ ਚਾਹੀਦਾ। ਤੇ ਮੈਂ ਇਹ ਵੀ ਗੱਲ ਕਹੂੰਗਾ ਵੀ ਜੇ ਉਹ ਰਾਗਾਂ ਵਾਲੇ ਕੀਰਤਨ ਅਸੀਂ ਪਿੰਡ ਵਿੱਚ ਕਿਸੇ ਘਰ ਵਿੱਚ ਜਾਂ ਇੱਦਾਂ ਜਿਵੇਂ ਅੱਜ ਦੁਨੀਆ ਦਾ ਚੱਲਦਾ, ਉਹਨਾਂ ਰਾਗਾਂ ਵਾਲੇ ਜੇ ਤੁਸੀਂ ਕੀਰਤਨੀਆਂ ਨੂੰ ਲਾ ਦਿਓ ਨਾ ਵੀ ਤੁਸੀਂ ਕੀਰਤਨ ਕਰੋ, ਤੇ ਬਹੁਤੇ ਲੋਕ ਤੇ ਵਾਸੀਆਂ ਲੈਣ ਲੱਗ ਜਾਣਗੇ। ਉਹ ਕਹਿਣਗੇ ਵੀ ਕੀ ਹੈ, ਕਿਉਂਕਿ ਸਮਝ ਕੋਈ ਨਹੀਂ ਨਾ ਬਾਣੀ ਦੀ। ਜਿਹੜੇ ਲੋਕ ਬਾਣੀ ਪੜ੍ਹਦੇ ਆ, ਜਿਹਨਾਂ ਨੂੰ ਬਾਣੀ ਦੀ ਸਮਝ ਹੈ, ਉਹਨਾਂ ਨੂੰ ਰਸ ਦਿੰਦਾ ਕੀਰਤਨ, ਦੂਜਿਆਂ ਨੂੰ ਨਹੀਂ ਸਮਝ ਲੱਗਦੀ। ਬਿਲਕੁਲ। ਤੇ ਪਾਤਸ਼ਾਹ ਨੇ ਦੇਖੋ ਦੋਵੇਂ ਪੱਖ ਹੈ, ਇੱਕ ਤੇ ਸਰੋਤੇ ਨੇ, ਇੱਕ ਨੇ ਕੀਰਤਨ ਕਰਨ ਵਾਲੇ। ਤੇ ਪਾਤਸ਼ਾਹ ਨੇ ਇੱਕ ਬਚਨ ਬਾਣੀ ਚ ਕਿਹਾ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੀ। ਕਹਿੰਦੇ ਕੋਈ ਰਾਗਾਂ ਚ ਗਾਉਂਦਾ, ਭਾਵ ਕਿ ਬਹੁਤ ਲੰਬੀ ਵਿਆਖਿਆ ਹੋ ਜਾਣੀ ਹੈ। ਕਹਿੰਦੇ ਪ੍ਰਮਾਤਮਾ ਇਵੇਂ ਤੇ ਖੁਸ਼ ਹੋਣਾ ਨਹੀਂ। ਦੇਖੋ ਬਾਣੀ ਨੇ ਇਹ ਵੀ ਸ਼ਬਦ ਦਰਜ ਕਰਦਾ ਵੀ ਰਾਗਾਂ ਜੇ ਤੂੰ ਕੀਰਤਨ ਸਿੱਖ ਵੀ ਲਿਆ ਨਾ ਚੰਗੀ ਗੱਲ ਹੈ, ਪਰ ਜੇ ਸੋਚੇ ਵੀ ਕੀਰਤਨ ਰਾਗਾਂ 'ਚ ਕਰ ਲੈਣਾ, ਬਾਕੀ ਕੰਮ ਸਾਰੇ ਉਲਟ ਹੈ ਪਰਮੇਸ਼ਰ ਦੇ, ਕਿਉਂਕਿ ਵਿਦਿਆ ਹੈ ਨਾ, ਇਹ ਤਾਂ ਪ੍ਰੈਕਟਿਸ ਹੈ, ਅਭਿਆਸ ਹੈ, ਸਿੱਖ ਲੈ ਸੋਹਣੀ ਗੱਲ ਹੈ। ਪਰ ਜੇ ਉਹ ਤੇ ਉਲਟ ਚੱਲ ਰਿਹਾ, ਫਿਰ ਕਹਿੰਦੇ ਪ੍ਰਮਾਤਮਾ ਨਹੀਂ ਖੁਸ਼ ਹੋਣਾ। ਆਪਾਂ ਕਹਿੰਦੇ ਬੜਾ ਸੋਹਣਾ ਕੀਰਤਨ ਹੋ ਰਿਹਾ, ਬੜੀ ਸੋਹਣੀ ਕਥਾ ਹੋ ਰਹੀ ਹੈ। ਪਾਤਸ਼ਾਹ ਕਹਿੰਦੇ ਜਿੰਨਾ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੈ। ਕਹਿੰਦੇ ਰੋਣਾ ਧੋਣਾ ਭਾਈ, ਹੁਣ ਰੋਣੇ ਧੋਣੇ ਚੋਂ ਕੀ ਨਿਕਲਣਾ। ਜੇ ਅੰਦਰ ਪਿਆਰ ਹੋਵੇ ਤੇ ਮੈਂ ਕਹਿੰਦਾ ਸਰੋਤੇ ਸੁਣਨਗੇ ਵੀ। ਤੇ ਕੀਰਤਨ ਦੀ ਬੜੀ ਵੱਡੀ ਘਾਟ ਹੈ। ਅੱਜ ਵੀ ਪਿੰਡਾਂ 'ਚ ਤੁਹਾਨੂੰ ਕਥਾਵਾਚਕ ਬਹੁਤ ਮਿਲ ਜਾਣਗੇ, ਪਰ ਕੀਰਤਨ ਸਿੱਖਣ ਵਾਸਤੇ ਤੇ ਮੈਂ ਕਹਿੰਦਾ ਵੀ ਸਾਰੀ ਜ਼ਿੰਦਗੀ ਲੱਗਦੀ ਹੈ। ਤੇ ਮੈਂ ਕਹਿੰਦਾ ਵੀ ਕੀਰਤਨ ਸਾਨੂੰ ਰਾਗਾਂ 'ਚ ਕਰਨਾ ਚਾਹੀਦਾ। ਟਾਈਮ ਲੱਗਦਾ, ਬਿਲਕੁਲ ਸਮਾਂ ਜ਼ਰੂਰ ਲੱਗਦਾ, ਪਰ ਉਹ ਜਦੋਂ ਰਾਗਾਂ 'ਚ ਕੀਰਤਨੀਆਂ ਕਰੂਗਾ, ਉਹਨੂੰ ਇੱਕ ਆਪਣਾ ਆਨੰਦ ਹੈ, ਰੂਹ ਦਾ ਆਨੰਦ ਜਿਹਨੂੰ ਆਪਾਂ ਕਹਿੰਦੇ, ਕਿਉਂਕਿ ਕੀਰਤਨ ਵੀ ਆਨੰਦ ਵਿੱਚ ਹੀ ਕੀਤਾ ਜਾਂਦਾ ਹੈ। ਸਰੋਤੇ ਨੂੰ ਕਿਵੇਂ ਸਮਝ ਲੱਗਦੀ ਉਹਦੇ ਤੇ ਡਿਪੈਂਡ ਕਰਦਾ। ਬਿਲਕੁਲ ਜੀ। ਇਹ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਗੁਰਬਾਣੀ ਦਾ ਸੰਗੀਤ ਨਾਲ, ਰਾਗਾਂ ਨਾਲ ਕੀ ਸੰਬੰਧ ਹੈ। ਇਹ ਨਹੀਂ ਕਹਿ ਸਕਦੇ ਕਿ ਅਸੀਂ ਸੰਗੀਤ ਨਹੀਂ ਸੁਣਨਾ, ਜਾਂ ਬੜੇ ਲੋਕ ਇੱਦਾਂ ਦੇ ਕਹਿੰਦੇ ਆ ਕਿ ਸੰਗੀਤ ਇੱਦਾਂ, ਪਰ ਜਿਹੜਾ ਸਹੀ ਸੰਗੀਤ ਹੈ ਸਾਨੂੰ ਗੁਰੂ ਸਾਹਿਬ ਨੇ 31 ਰਾਗਾਂ ਦੇ ਵਿੱਚ ਸਾਨੂੰ ਪਰੋਸ ਕੇ ਦਿੱਤਾ ਹੋਇਆ, ਉਹਦਾ ਆਨੰਦ ਲਵੋ। ਪਰ ਜਿਹੜੇ ਵਿਸ਼ੇ ਦੀ ਗੱਲ ਆਪਾਂ ਅੱਜ ਕਰ ਰਹੇ ਹਾਂ, ਉਹ ਵਿਸ਼ਾ ਇਹ ਹੈ ਕਿ ਮੰਨ ਲਓ ਸੰਗੀਤ ਸਿੱਖਾਂ ਕੋਲੇ ਵੀ ਹੈ ਜੀ। ਗੁਰੂ ਸਾਹਿਬ ਨੇ ਸਾਨੂੰ 31 ਰਾਗ ਵੀ ਬਖਸ਼ਿਸ਼ ਕੀਤੇ ਨੇ। ਇੱਕ ਬਾਕਮਾਲ ਜਿਹੜਾ ਸੰਗੀਤ ਦਿੱਤਾ ਹੈ, ਬਾਕਮਾਲ ਗੁਰਬਾਣੀ ਦਿੱਤੀ ਹੈ, ਇਹਨੂੰ ਗਾ, ਆਨੰਦ ਲੈ, ਇਹਦਾ ਆਪਣੇ ਜੀਵਨ ਵਿੱਚ ਹੰਢਾ ਤੇ ਜੀਵਨ ਨੂੰ ਆਨੰਦ ਵੀ ਬਣਾ। ਪਰ ਅੱਜ ਕੀ ਹੋ ਰਿਹਾ ਜੀ, ਸਿੱਖੀ ਸਿਧਾਂਤ ਉੱਪਰ, ਸਿੱਖਾਂ ਦੇ ਸੱਭਿਆਚਾਰ ਦੇ ਉੱਪਰ ਜੀ ਅੱਜ ਜਿਹੜਾ ਇੱਕ ਲੱਚਰਤਾ ਦਾ, ਇੱਕ ਗੰਦੇ ਗਾਣਿਆਂ ਦਾ, ਇੱਕ ਗੰਦੀ ਸੋਚ ਦਾ, ਕਹਿ ਲਈਏ ਕਿ ਬੜੇ ਬੁਰੇ ਪ੍ਰਭਾਵਾਂ ਦਾ ਜਿਹੜਾ ਬੜਾ ਅਸਰ ਹੋ ਰਿਹਾ ਜੀ ਜੀ ਸਿੱਖਾਂ ਦੇ ਉੱਪਰ। ਲੱਚਰਤਾ ਦਾ, ਸਿੱਖਾਂ ਦਾ ਸੱਭਿਆਚਾਰ, ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ, ਇੱਕ ਬਾਕਮਾਲ ਸੱਭਿਆਚਾਰ ਹੈ। ਸਾਡਾ ਇਤਿਹਾਸ, ਸਾਡਾ ਸੱਭਿਆਚਾਰ ਇੱਕ ਦੁਨੀਆ ਨਾਲੋਂ ਨਿਰਾਲਾ ਤੇ ਦੁਨੀਆ ਨਾਲੋਂ ਵੱਖਰਾ ਹੈ। ਪਰ ਅੱਜ ਜਿਹੜੀ ਲੱਚਰਤਾ ਸਾਡੇ ਪੰਜਾਬ ਵਿੱਚ ਪਰੋਸੀ ਜਾ ਰਹੀ ਹੈ, ਅੱਜ ਜਿਹੜੀ ਲੱਚਰਤਾ ਸਾਡੇ ਮੰਨ ਲਓ ਕੌਮ ਦੇ ਵਿੱਚ, ਸਿੱਖਾਂ ਦੇ ਵਿੱਚ ਜਿਹੜੀ ਲੱਚਰਤਾ ਪਰੋਸੀ ਜਾ ਰਹੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਭਾਈ ਸਾਹਿਬ, ਗੱਲ ਇਹ ਹੈ ਵੀ ਜੇ ਥੋੜ੍ਹਾ ਜਿਹਾ ਹੋਰ ਪਿੱਛੇ ਜਾਈਏ, ਮੈਂ ਕਹਿੰਦਾ 50 ਸਾਲ ਪਿੱਛੇ ਚਲੇ ਜਾਓ ਜੀ, ਕਿਉਂਕਿ ਮੇਰੀ ਤਾਂ ਉਮਰ ਵੀ ਨਹੀਂ 50 ਸਾਲ ਦੀ, ਪਰ ਮੈਂ ਬਜ਼ੁਰਗਾਂ ਦੇ ਤਜਰਬਿਆਂ ਤੋਂ ਗੱਲ ਕਰ ਰਿਹਾ ਜੀ, ਬਜ਼ੁਰਗਾਂ ਦੀਆਂ ਗੱਲਾਂ ਤੋਂ ਅੰਦਾਜ਼ਾ ਲਾ ਰਿਹਾ ਜੀ। ਮੈਂ ਗੱਲਾਂ ਕਿਸੇ ਕਿਤਾਬ 'ਚੋਂ ਨਹੀਂ ਪੜ੍ਹੀਆਂ, ਮੈਂ ਫਲਾਣੇ ਰਾਈਟਰ ਨੂੰ ਪੜ੍ਹ ਕੇ ਬੋਲ ਕੇ ਤੇ ਉਹਦਾ ਤੁਹਾਨੂੰ ਐਕਸਪਲੇਨ ਕਰ ਰਿਹਾ, ਪਰ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਤੋਂ ਮੈਨੂੰ ਕਦੇ ਕਦੇ ਅੰਦਾਜ਼ਾ ਲੱਗਦਾ, ਕਿਉਂਕਿ ਜੋ ਖਾੜਿਆਂ ਵਾਲਾ, ਜੋ ਗੰਦਾ ਸੱਭਿਆਚਾਰ, ਇਹ ਅੱਜ ਵੀ ਹੈ ਤੇ ਅੱਜ ਤੋਂ 20-30 ਸਾਲ ਪਹਿਲਾਂ ਚੱਲਿਆ ਇਹ ਜੀ। ਉਹਨਾਂ ਜਦੋਂ ਬਜ਼ੁਰਗਾਂ ਨਾਲ ਗੱਲ ਕਰਦੇ ਆ, ਤੇ ਉਹ ਬਜ਼ੁਰਗ ਸਾਰੇ ਨਹੀਂ, ਚੰਗੇ ਵੀ ਨੇ, ਪਰ ਬਹੁਤੇ ਬਜ਼ੁਰਗਾਂ ਦੀ ਮੈਂ ਗੱਲ ਸੁਣੀ ਹੈ, ਕਹਿੰਦੇ ਵੀ ਜਦੋਂ ਅਸੀਂ ਸੁਬਾਹ 2 ਵਜੇ 3 ਵਜੇ ਉੱਠਦੇ, ਖੇਤ ਜਾਣਾ, ਹਨੇਰੇ ਹਲ ਜੋੜਨਾ, ਕਿਉਂਕਿ ਪਸ਼ੂਆਂ ਨਾਲ ਵਾਹੀ ਕਰਦੇ ਸੀ, ਗਰਮੀ ਹੋ ਜਾਂਦੀ ਸੀ ਦਿਨੇ। ਕਹਿੰਦੇ ਵੀ ਜਿਹੜੇ ਵੇਲੇ ਅੱਜ ਦੇ ਨੌਜਵਾਨ ਉੱਠਦੇ ਨੇ 7-7, 8-8 ਵਜੇ, ਅਸੀਂ ਉਸ ਵੇਲੇ ਨੂੰ ਕਿੱਲਾ 2 ਕਿੱਲੇ
ਜ਼ਮੀਨ ਵਾਹ ਦਿੰਦੇ ਸੀ, ਬਿਲਕੁਲ ਜੀ ਉਹਨਾਂ ਦੀ ਵਰਡਿੰਗ ਹੈ ਜੀ। ਤੇ ਉਹ ਕਹਿੰਦੇ ਵੀ ਅਸੀਂ ਮਤਲਬ ਜਦੋਂ ਪਿੰਡ ਚੋਂ ਲੰਘਦੇ ਨਾ ਜੀ ਵੀ ਸਾਡਾ ਕੰਨ ਤੇ ਹੱਥ ਧਰ ਕੇ ਇੱਦਾਂ ਜਾਂ ਹਲ ਵਾਹੁੰਦਾ ਹੁੰਦਾ ਕੋਈ ਹੈ ਨਾ ਬਜ਼ੁਰਗ ਕੋਈ ਪਾਲੀ, ਤੇ ਕਹਿੰਦੇ ਉਹ ਹੀਰ ਦੀਆਂ ਰਾਂਝੇ ਦੀਆਂ ਕਲੀਆਂ ਸੁਣਾਉਂਦਾ ਨਾ ਜਦੋਂ ਫਿਰ ਜੀ ਤੇ ਮਤਲਬ ਬੜੀ ਦੂਰ ਤੱਕ ਸੁਣਦਾ ਸੀ ਜੀ ਵੀ ਇਹਦਾ ਮਤਲਬ ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਕਾਫੀ ਪੁਰਾਣਾ ਹੈ ਜੀ ਜਿਹੜਾ ਸੱਭਿਆਚਾਰ ਸਾਨੂੰ ਅੱਜ ਹੀ ਦਿੱਤਾ ਜਾ ਰਿਹਾ ਨਾ, ਜੀ ਵੀ ਕਾਫੀ ਪੁਰਾਣਾ ਹੈ। ਹੀਰ ਰਾਂਝਿਆਂ ਦਾ, ਮਿਰਜ਼ੇ ਸਾਹਿਬਾਂ ਦਾ, ਜਾਂ ਜਿਹੜਾ ਸੱਸੀ ਪੁੰਨੂ ਇਹ ਸਾਡੇ ਬਜ਼ੁਰਗਾਂ ਤੋਂ ਪਹਿਲਾਂ ਵੀ ਸੁਣਾਏ ਜਾ ਰਹੇ ਸੀ ਜੀ, ਕਾਫੀ ਨੇ। ਚਲੋ ਮੈਂ ਤੇ ਇੱਕ ਦਾ ਜ਼ਿਕਰ ਕੀਤਾ ਜੀ। ਤੇ ਦੂਸਰੀ ਗੱਲ, ਮੈਂ ਜਿੰਨਾ ਕੁ ਪੜ੍ਹਿਆ ਅੱਜ ਵੀ ਤੁਸੀਂ 9ਵੀਂ 10ਵੀਂ ਦਾ ਸਿਲੇਬਸ ਲੈ ਲਓ, ਅੱਜ ਦਾ ਨਹੀਂ ਮੈਂ ਪੜ੍ਹਿਆ ਸਿਲੇਬਸ, ਪਰ ਮੈਂ ਗੱਲਾਂ ਕਰਦਾ 90 91 92 ਦੀਆਂ 95 ਦੀਆਂ ਕਹਿ ਲਓ, ਉਦੋਂ ਸਿਲੇਬਸ ਵਿੱਚ ਇਹ ਪੜ੍ਹਾਇਆ ਜਾਂਦਾ ਹੈ ਜਦੋਂ ਬੱਚਾ 9ਵੀਂ ਕਲਾਸ 'ਚ ਹੁੰਦਾ ਹੈ ਜੀ, ਡਾਕਟਰਾਂ ਮੁਤਾਬਕ ਉਹਦੇ ਹਾਰਮੋਨ ਚੇਂਜ ਹੁੰਦੇ ਆ ਜਿਹਨੂੰ ਆਪਾਂ ਜਵਾਨੀ ਕਹਿੰਦੇ ਆ ਜੀ, ਸਰੀਰ ਦੇ ਹਾਵ ਭਾਵ ਬਦਲਦੇ ਨੇ ਹਨਾ, ਸੋਚ ਬਦਲਣੀ ਸ਼ੁਰੂ ਹੋ ਜਾਂਦੀ ਹੈ। ਉਦੋਂ ਹੀਰ ਰਾਂਝੇ ਪੜ੍ਹਾਇਆ ਜਾਂਦਾ 9ਵੀਂ 10ਵੀਂ ਵਿੱਚ, ਜਦੋਂ ਕਹਿ ਲਓ ਕਿ ਉਮਰ ਉਸ ਲੈਵਲ ਤੇ ਪਹੁੰਚਦੀ ਹੈ। ਸਕੂਲਾਂ ਤੋਂ ਕਾਲਜਾਂ ਦਾ ਮਾਹੌਲ ਇਦਾਂ ਬਣਦਾ ਕਿਉਂਕਿ ਨੀਂਹ ਰੱਖੀ ਜਾਂਦੀ ਹੈ ਸਾਡੇ ਬੱਚਿਆਂ ਦੀ। ਇੱਥੋਂ ਤੱਕ ਕਿ ਤੁਸੀਂ ਹੈਰਾਨ ਹੋਵੋਗੇ, ਇੱਕ ਪ੍ਰਚਾਰਕ ਵੀਰ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ, ਉਹ ਕਹਿੰਦਾ ਵਿਗਿਆਨੀ ਦਾ ਕੋਰਸ ਜਦੋਂ ਕਰਵਾਇਆ ਜਾਂਦਾ ਅੱਜ ਵੀ, ਜੀ ਮੈਂ ਨਹੀਂ ਦੇਖੋ ਕੀ ਕੀਤਾ ਕੋਰਸ ਇਹ ਜੀ ਨਾ ਮੈਂ ਪੜ੍ਹਿਆ, ਪਰ ਉਹਦੇ ਦੱਸਣ ਮੁਤਾਬਕ ਕਹਿੰਦਾ ਵੀ ਉਹਦੇ ਵਿੱਚ ਵੀ ਹੀਰ ਰਾਂਝੇ ਦੇ ਕਿੱਸੇ ਪਾਏ ਗਏ, ਸਾਨੂੰ ਮਜਬੂਰਨ ਯਾਦ ਕਰਕੇ ਉਹਨਾਂ ਵਿੱਚੋਂ ਟੈਸਟ ਦੇਣਾ ਪੈਂਦਾ। ਦੇਖੋ ਜਿਹਨੇ ਗੁਰਬਾਣੀ ਦੀ ਕਥਾ ਕਰਨੀ ਉਹਦਾ ਹੀਰ ਰਾਂਝੇ ਨਾਲ ਕੀ ਸੰਬੰਧ ਹੈ? ਬਿਲਕੁਲ ਜੀ, ਬੜਾ ਮਤਲਬ ਪਿੱਛੇ ਤੋਂ ਲੜੀ ਜੋੜ ਰਿਹਾ ਮੈਂ। ਪੜ੍ਹਾਇਆ ਜਾਂਦਾ, ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਬੱਚੇ ਸਕੂਲਾਂ ਚੋਂ ਕਾਲਜਾਂ 'ਚ ਆਉਂਦੇ ਨੇ, ਕਾਲਜਾਂ 'ਚ ਯੂਥ ਫੈਸਟੀਵਲ ਦੇ ਨਾਂ ਤੇ ਕੰਪੀਟੀਸ਼ਨ ਹੁੰਦੇ ਨੇ, ਗਿੱਧੇ ਭੰਗੜੇ ਜਿਹਨੂੰ ਸਾਡੇ ਲੋਕ ਬੜੇ ਚੌੜੇ ਹੋ ਕਹਿੰਦੇ ਗਿੱਧਾ ਭੰਗੜਾ ਸਾਡਾ ਸੱਭਿਆਚਾਰ ਆ। ਕੌਣ ਕਹਿੰਦਾ ਜੀ ਸੱਭਿਆਚਾਰ? ਨਾ ਗਿੱਧਾ ਭੰਗੜਾ ਸਾਡਾ ਕੋਈ ਸੱਭਿਆਚਾਰ ਨਹੀਂ, ਬਿਲਕੁਲ ਵੀ ਨਹੀਂ। ਗੱਲ ਆਪਾਂ ਗੁਰਬਾਣੀ ਮੁਤਾਬਕ ਕਰਦੇ ਹਾਂ, ਗੁਰਬਾਣੀ ਮੁਤਾਬਕ ਸਾਡਾ ਸੱਭਿਆਚਾਰ ਨਹੀਂ ਹੈ ਜੀ, ਬਿਲਕੁਲ ਹੈ ਨਾ। ਤੇ ਬਹੁਤ ਲੋਕ ਇਹ ਉਦਾਹਰਨ ਦੇ ਦਿੰਦੇ ਆ ਗੁਰਬਾਣੀ ਚੋਂ, ਨੱਚਣ ਕੁੱਦਣ ਮਨ ਕਾ ਚਾਓ, ਅਗਲੀ ਪੰਕਤੀ ਨਹੀਂ ਪੜ੍ਹਦੇ, ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ, ਵੀ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਨਹੀਂ ਹਨਾ। ਪਰ ਅਸੀਂ ਨੱਚਣ ਕੁੱਦਣ ਵਾਲੀ ਪੰਕਤੀ ਲੈ ਲਈ, ਪੋਸਟਰਾਂ ਤੇ ਵੀ ਲਿਖਿਆ ਹੁੰਦਾ। ਚਲੋ ਖੈਰ, ਮੈਂ ਵਿਸ਼ੇ ਵੱਲ ਆਵਾਂ। ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਸਕੂਲਾਂ ਕਾਲਜਾਂ 'ਚ ਉਹ ਚੀਜ਼ ਚਲੀ ਜਾਂਦੀ ਹੈ ਨਾ, ਤੇ ਉੱਥੋਂ ਫਿਰ ਸਾਡੇ ਬੱਚੇ ਮਤਲਬ ਉਹਨਾਂ ਨੂੰ ਇਵੇਂ ਲੱਗਦਾ 20 22 ਸਾਲ 23 ਸਾਲ ਦੀ ਗੱਲ ਉਮਰ ਹੁੰਦੀ ਹੈ ਜਦੋਂ ਉਹ ਕਿੱਸੇ ਪੜ੍ਹਦੇ ਨੇ ਹੀਰ ਰਾਂਝੇ ਦੇ, ਮਿਰਜ਼ਾ ਸਾਹਿਬਾਂ, ਹੋਰ A to Z, ਕਿਉਂਕਿ ਆਪਾਂ ਵੀ ਤੇ ਪੜ੍ਹੇ ਨੇ ਨਾ, ਉਹ ਬਿਲਕੁਲ ਆਪਣੀ ਵੀ ਸੁਰਤ ਵਿੱਚ ਦੀ ਲੰਘੇ ਨੇ। ਉਹਨਾਂ ਨੂੰ ਇਵੇਂ ਲੱਗਦਾ ਵੀ ਇਹ ਗੱਲ ਜਿਹੜੀ ਹੋ ਰਹੀ ਹੈ, ਇਸ ਗਾਣੇ 'ਚ ਗੱਲ ਹੋ ਰਹੀ ਹੈ, ਇਸ ਤਰਜ਼ ਤੇ ਗੱਲ ਉਹ ਮੇਰੀ ਹੋ ਰਹੀ ਹੈ। ਬਿਲਕੁਲ ਮਤਲਬ ਸਾਡੇ ਇਸ਼ਕ ਦੀਆਂ ਜੋ ਗੱਲਾਂ ਹੋ ਰਹੀਆਂ ਨੇ, ਕਿਉਂਕਿ ਗੁਰਬਾਣੀ ਵਿੱਚ ਵੀ ਗੱਲਾਂ ਤੇ ਹੈ ਇਸ਼ਕ ਦੀਆਂ, ਪਰ ਉਹ ਹੋਰ ਹੈ, ਇਹ ਇਸ਼ਕ ਹੋਰ ਪੜ੍ਹਾਇਆ ਜਾ ਰਿਹਾ ਸਾਨੂੰ। ਉਹਨਾਂ ਨੂੰ ਲੱਗਦਾ ਵੀ ਹਾਂ ਜੀ ਤੇ ਮੇਰੀ ਗੱਲ ਹੋ ਰਹੀ ਹੈ। ਬਿਲਕੁਲ ਬਸ ਇਦਾਂ ਇੱਥੋਂ ਇਹ ਸਾਡੀ ਸ਼ੁਰੂਆਤ ਹੁੰਦੀ ਹੈ। ਜਿੱਦਾਂ ਕਿ ਮੰਨ ਲਓ ਆਪਾਂ ਥੋੜਾ ਜਿਹਾ ਪਿਛੋਕੜ ਵੱਲ ਝਾਤੀ ਮਾਰਦੇ ਹਾਂ ਕਿ 1978 ਦੀ ਗੱਲ ਕਰੀਏ, 75 ਦੀ ਗੱਲ ਕਰੀਏ, 80 85 84 ਦੀ ਗੱਲ ਕਰ ਲਈਏ, ਉਹਨਾਂ ਟਾਈਮਾਂ ਦੇ ਵਿੱਚ ਜੇ ਆਪਾਂ ਕਿਤੇ ਪੁਰਾਣੇ, ਮੈਨੂੰ ਮੌਕਾ ਮਿਲਿਆ ਸੀ ਕਿਸੇ ਵੀਰ ਕੋਲੋਂ ਕਿ ਮੈਂ 1984 ਦੇ ਸਮੇਂ ਦੀ ਨਾ ਇੱਕ ਫੋਟੋ ਦੇਖੀ, ਇੱਕ ਕਾਲਜ ਦੀ ਫੋਟੋ, ਜਿਹਦੇ ਵਿੱਚ ਜਿੰਨੇ ਵੀ ਸਟੂਡੈਂਟ ਖੜੇ ਨੇ, ਨੌਜਵਾਨ ਭੈਣਾਂ ਜਾਂ ਨੌਜਵਾਨ ਵੀਰ ਖੜੇ ਨੇ, ਵੀਰਾਂ ਦੇ ਸਿਰ ਤੇ ਪੱਗ ਹੈ ਤੇ ਭੈਣਾਂ ਦੇ ਸਿਰ ਤੇ ਚੁੰਨੀ ਆ। ਜੀ ਮੰਨ ਲਓ ਇਦਾਂ ਦੀਆਂ ਅੱਜ ਵੀ ਤਸਵੀਰਾਂ ਆਪਾਂ ਨੂੰ ਮਿਲ ਜਾਣਗੀਆਂ ਜੇ ਆਪਾਂ ਥੋੜਾ ਜਿਹਾ ਪਿੱਛੇ ਨੂੰ ਜਾ ਕੇ ਦੇਖੀਏ ਕਿ ਪੰਜਾਬ ਦੇ ਜਿੰਨੇ ਵੀ ਨੌਜਵਾਨ ਸੀ, ਧੀਆਂ ਦੇ ਸਿਰ ਢਕੇ ਸੀਗੇ, ਤੇ ਜਿਹੜੇ ਨੌਜਵਾਨ ਵੀਰ ਸੀ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਹੁੰਦੀਆਂ ਸੀ। ਪਰ ਕੀ ਕਾਰਨ ਬਣਿਆ ਸਮਾਜ ਦੇ ਵਿੱਚ ਐਸਾ 1984 ਤੋਂ ਲੈ ਕੇ ਅੱਗੇ ਜਾ ਮੰਨ ਲਓ 94 ਤੱਕ 92 ਤੱਕ ਵੀ ਇਦਾਂ ਰਿਹਾ, ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਰਿਹਾ। ਕੁਝ ਹਾਲਾਤ ਸਾਡੇ ਪੰਜਾਬ ਦੇ ਵਿਗੜੇ ਵੀ, ਸਰਕਾਰਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਖਤਮ ਕੀਤਾ ਜਾਏ, ਪਰ ਉਸ ਤੋਂ ਬਾਅਦ ਕਿੱਦਾਂ ਕੀ ਕਾਰਨ ਬਣੇ ਕਿ ਜਿਹਦੇ ਕਰਕੇ ਇਹ ਸਾਡਾ ਉਹ ਦਸਤਾਰਾਂ ਤੇ ਚੁੰਨੀਆਂ ਦੂਰ ਹੋ ਗਈਆਂ, ਲੈ ਗਈਆਂ ਸਿਰਾਂ ਤੋਂ? ਹਾਂਜੀ, ਇਹ ਦੇਖੋ ਆਪਾਂ ਸਾਰੇ ਜਾਣਦੇ ਹਾਂ, ਵੈਸੇ ਜੂਨ 84 ਦੇ ਜਦੋਂ ਇਹ ਦਿਹਾੜੇ ਆਉਂਦੇ ਨੇ ਨਾ ਜੀ, ਹਰ ਪਿੰਡ ਵਿੱਚ ਮਨਾਇਆ ਜਾਂਦਾ, ਵੱਡੇ ਪੱਧਰ ਤੇ ਦੇਸ਼ਾਂ ਵਿਦੇਸ਼ਾਂ 'ਚ ਵੀ ਇਹ ਦਿਹਾੜੇ ਮਨਾਏ ਜਾਂਦੇ ਆ ਜੀ, ਮਨਾਉਣੇ ਵੀ ਚਾਹੀਦੇ ਆ ਕਿਉਂਕਿ ਸਾਡੀ ਨਸਲਕੁਸ਼ੀ ਕੀਤੀ ਗਈ ਹੈ। ਬਿਲਕੁਲ ਜੀ। ਪਰ ਜੇ ਤੁਸੀਂ ਉਸ ਚੀਜ਼ ਨੂੰ ਗੌਰ ਨਾਲ ਪੜ੍ਹੋ ਨਾ ਜੀ, ਕਿਉਂਕਿ 1984 'ਚ ਲਗਭਗ ਮੈਂ 5ਵੀਂ ਕਲਾਸ 'ਚ ਪੜ੍ਹਦਾ ਸੀ, ਬਹੁਤਾ ਤਾਂ ਮੈਨੂੰ ਪਤਾ ਨਹੀਂ ਉਹਨਾਂ ਗੱਲਾਂ ਦਾ, ਪਰ ਥੋੜ੍ਹੀਆਂ ਚੇਤੇ 'ਚ ਹੈ ਜੀ। ਪਰ ਮੈਂ ਜਿੰਨੀਆਂ ਕੁ ਪੜ੍ਹੀਆਂ ਨੇ, 85 ਤੋਂ ਬਾਅਦ 90 ਤੱਕ ਕਹਿ ਲਓ, ਜਾਂਦਿਆਂ ਸੂਝ ਆ ਜਾਂਦੀ, ਸਮਝ ਆਉਣ ਲੱਗ ਜਾਂਦੀ ਹੈ ਗੱਲਾਂ ਦੀ। 1978 ਦੇ ਵਿੱਚ ਆਪਾਂ ਜਾਣਦੇ ਹਾਂ ਵੀ ਨਿਰੰਕਾਰੀ ਕਾਂਡ ਵਾਪਰਿਆ। ਨਿਰੰਕਾਰੀ ਕਾਂਡ ਦੇ ਵਿੱਚ ਸਾਡੇ ਸਿੰਘ ਸ਼ਹੀਦ ਕੀਤੇ ਗਏ,
ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਜਿਹੜੇ ਉਹ ਸਿੰਘ ਭੇਜੇ ਸੀ ਸ਼ਾਂਤਮਈ ਵੀ ਭਾਈ ਤੁਸੀਂ ਇਹ ਪ੍ਰੋਗਰਾਮ ਨਾ ਕਰੋ। ਡੀਸੀ ਨੇ ਮਨਜ਼ੂਰੀ ਦਿੱਤੀ। ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ ਨਾ। ਬਿਲਕੁਲ ਬਿਲਕੁਲ। ਫਿਰ ਉਹਨੂੰ ਵੇਖੋ ਕਿਵੇਂ ਸਰਕਾਰੀ ਗੱਡੀ 'ਚ ਛੱਡ ਕੇ ਆਏ। ਬਿਲਕੁਲ ਜੀ, ਇਹ ਬੜਾ ਲੰਬਾ ਕਿੱਸਾ ਹੈ ਜੀ। ਉਸ ਤੋਂ ਬਾਅਦ ਸਿੰਘ ਸ਼ਹੀਦ ਕੀਤੇ ਗਏ ਤੇ ਇਹ ਰੋਹ ਭਟਕਣਾ ਸੁਭਾਵਿਕ ਸੀ ਵੀ ਸਾਡੇ ਨਾਲ ਧੱਕਾ ਹੋ ਰਿਹਾ। ਬਿਲਕੁਲ ਜੀ। ਉਸ ਤੋਂ ਪਹਿਲਾਂ ਵੀ ਚੱਲ ਤੇ ਰਿਹਾ ਸੀ। ਫਿਰ ਕੀ ਹੋਇਆ 1984 ਦੇ ਵਿੱਚ ਜੂਨ ਦਾ ਜੋ ਮਹੀਨਾ ਆਉਂਦਾ ਜੀ, ਸਾਡੀ ਸਿੱਖ ਕੌਮ ਤੇ ਮੈਂ ਸਮਝਦਾ ਵੀ ਬੜਾ ਵੱਡਾ ਕਹਿਰ ਢਾਇਆ ਗਿਆ। ਸਾਡੇ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਜੀ। ਬੜਾ ਤੋਪਾਂ ਦੇ ਨਾਲ ਉਡਾਇਆ ਗਿਆ, ਜਿਹੜੀਆਂ ਤੋਪਾਂ ਕਿ ਕਿਸੇ ਦੂਜੇ ਦੇਸ਼ ਦੀ ਜਦੋਂ ਜੰਗ ਲੱਗਦੀ ਹੈ ਨਾ ਉਦੋਂ ਵਰਤੀਆਂ ਜਾਂਦੀਆਂ, ਕਾਨੂੰਨ ਨੇ ਵਰਤ ਹੀ ਨਹੀਂ ਸਕਦੇ ਆਪਾਂ। ਬਿਲਕੁਲ। ਨਾ ਉਦੋਂ ਪਹਿਲਾਂ ਵਰਤੀਆਂ ਗਈਆਂ ਦੇਸ਼ ਨਹੀਂ ਵਰਤ ਸਕਦੇ ਤੇ ਨਾ ਉਦੋਂ ਬਾਅਦ ਵਿੱਚ ਵਰਤੀਆਂ ਗਈਆਂ ਜੀ। ਕਿਵੇਂ ਟੈਂਕ ਵਾੜੇ ਗਏ ਉੱਥੇ। ਬਿਲਕੁਲ। ਫਿਰ ਉਸ ਤੋਂ ਬਾਅਦ ਕੀ ਹੋਇਆ ਆਪਾਂ ਨੂੰ ਪਤਾ ਵੀ ਬਾਬਾ ਜਰਨੈਲ ਸਿੰਘ ਜੀ ਉੱਥੇ ਸ਼ਹੀਦ ਹੋ ਗਏ, ਨਾਲ ਦੇ ਸਿੰਘ ਸ਼ਹੀਦ ਹੋ ਗਏ। ਆਪਾਂ ਜਦੋਂ ਬੁੱਕਾਂ ਪੜ੍ਹਦੇ ਆ ਨਾ ਵੱਖ-ਵੱਖ ਰਾਈਟਰਾਂ ਦੀਆਂ ਲਿਖੀਆਂ ਉਹਨਾਂ 'ਚ ਇਹ ਵੀ ਦੱਸਿਆ ਗਿਆ ਵੀ ਬਹੁਤ ਸਿੰਘ ਉੱਥੋਂ ਨਿਕਲ ਗਏ, ਕੱਢ ਦਿੱਤੇ, ਕਿਉਂਕਿ ਉਹਨਾਂ ਨੂੰ ਦਿਸ ਰਿਹਾ ਸੀ ਵੀ ਆਉਣ ਵਾਲਾ ਜਿਹੜਾ ਸੰਘਰਸ਼ ਆ ਉਹ ਵੀ ਲੜਨਾ, ਕਿਉਂਕਿ ਸਰਕਾਰਾਂ ਨੇ ਬਖਸ਼ਣਾ ਤੇ ਹੈ ਨਹੀਂ। ਅੱਜ ਵੀ ਉਹੀ ਕੰਮ ਹੈ ਪਰ ਤਰੀਕੇ ਚੇਂਜ ਹੋ ਗਏ। ਜਿਹੜੇ ਸਿੰਘ ਬਚ ਗਏ ਉਹਨਾਂ ਨੇ ਪਿੰਡਾਂ 'ਚ ਜਾ ਕੇ, ਅੱਜ ਵਾਲਾ ਸੋਸ਼ਲ ਮੀਡੀਆ ਤਾਂ ਨਹੀਂ ਸੀ, ਵਰਕ ਕੀਤਾ, ਉਹਨਾਂ ਨੇ ਸੰਪਰਕ ਕੀਤਾ। ਇੱਕ ਲਹਿਰ ਚੱਲੀ ਜਿਹਨੂੰ ਕਿ ਖਾੜਕੂ ਵਾਦ ਦਾ ਨਾਮ ਦਿੰਦੇ ਆਪਾਂ। ਬਿਲਕੁਲ। ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦੇਵਾਂ, ਬਹੁਤੇ ਸਾਡੇ ਸਿੱਖ ਭਰਾ ਨਾ ਇਹਨੂੰ ਬੜਾ ਭੱਦਾ ਜਿਹਾ ਲਫ਼ਜ਼ ਵਰਤਦੇ ਆ ਵੀ ਅੱਤਵਾਦੀ। ਨਹੀਂ, ਅੱਤਵਾਦੀ ਲਫ਼ਜ਼ ਸਿੱਖ ਦੇ ਮੂੰਹ ਤੋਂ ਨਹੀਂ ਨਿਕਲਣਾ ਚਾਹੀਦਾ। ਉਹ ਸਾਡੇ ਖਾੜਕੂ ਸਿੰਘ ਸੀ, ਜੁਝਾਰੂ ਸਿੰਘ ਸੀ। ਠੀਕ ਹੈ ਵੀ ਅਸੀਂ ਉਹ ਕੰਮ, ਸਾਡੇ 'ਚ ਇੰਨੀ ਹਿੰਮਤ ਨਹੀਂ ਵੀ ਅਸੀਂ ਕਿਸੇ ਨਾਲ ਦੋ ਹੱਥ ਕਰ ਸਕੀਏ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਗਲਤ ਸੀ। ਬਿਲਕੁਲ ਮਾਫ ਕਰਨਾ, ਅੱਜ ਬਹੁਤੇ ਪ੍ਰਚਾਰਕਾਂ ਵੱਲੋਂ ਬਹੁਤੇ ਵੱਡੀਆਂ ਸਟੇਜਾਂ ਤੇ ਵਿੰਗੇ ਟੇਢੇ ਢੰਗ ਨਾਲ ਟਾਰਗੇਟ ਕੀਤਾ ਜਾ ਰਿਹਾ ਵੀ ਸ਼ਾਇਦ ਉਹ ਤਾਂ ਐਵੇਂ ਹੀ ਸੀ, ਬੰਦੇ ਐਵੇਂ ਨਹੀਂ ਸੀ। ਠੀਕ ਹੈ, ਸਾਡੇ ਸਿਧਾਂਤਕ ਬਖਰੇਵੇਂ ਹੋਣਗੇ ਉਹਨਾਂ ਨਾਲ, ਉਹ ਵੱਖਰਾ ਵਿਸ਼ਾ, ਪਰ ਐਵੇਂ ਕਿਸੇ ਨੂੰ ਮਤਲਬ ਨੀਵਾਂ ਦਿਖਾਉਣਾ ਮੈਂ ਸਮਝਦਾ ਠੀਕ ਨਹੀਂ। ਬਿਲਕੁਲ ਜੀ, ਹਨਾ ਜੀ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਵੀ ਜਿਵੇਂ 84 ਦੇ ਵਿੱਚ ਸ਼ਹੀਦ ਹੋਏ ਸਿੰਘ, ਜਿਹੜੇ ਸਿੰਘ ਬਚ ਗਏ ਪਿੰਡਾਂ 'ਚ ਚਲੇ ਗਏ ਤੇ ਬੜਾ ਵੱਡਾ ਲੰਬਾ ਦੌਰ ਚੱਲਿਆ। 92 ਤੱਕ ਐਂਡ ਹੋ ਗਿਆ। 92-93 ਵਿੱਚ ਸਾਰੇ ਸਿੰਘ ਫੜ ਕੇ ਪੁਲਿਸ ਨੇ ਮੁਕਾਬਲੇ ਬਣਾ ਕੇ ਮਾਰ ਦਿੱਤੇ, ਸ਼ਹੀਦ ਕਰ ਦਿੱਤੇ। ਸ਼ਹੀਦ ਹੋ ਗਏ ਸਿੰਘ। ਤੇ ਤੁਹਾਨੂੰ ਪਤਾ ਹੈ ਵੀ ਮਾਝੇ ਦਾ ਇਹ ਇੱਦਾਂ ਦਾ ਇਲਾਕਾ, ਅੱਜ ਵੀ ਵੀਡੀਓ ਆਉਂਦੀਆਂ ਤੁਹਾਡੇ ਸਾਹਮਣੇ, ਬੜਾ ਮਨ ਭਰ ਜਾਂਦਾ ਵੀ ਕਈ ਪਿੰਡ ਇੱਦਾਂ ਦੇ ਨੇ ਜਿੱਥੇ ਬਰਾਤ ਹੀ ਨਹੀਂ ਚੜੀ ਕਈ ਸਾਲ। ਗੁਰਦਾਸਪੁਰ ਜ਼ਿਲ੍ਹੇ ਦੇ ਇੱਦਾਂ ਦੇ ਕਈ ਪਿੰਡ ਨੇ ਜਿੱਥੇ ਅੱਜ ਤੱਕ ਨਹੀਂ ਬਰਾਤ ਚੜੀ। ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਗੱਲਾਂ ਆਪਾਂ ਵੀ ਕਰ ਰਹੇ ਹਾਂ, ਪਰ ਜਿਨ੍ਹਾਂ ਨਾਲ ਬੀਤੀ ਹੋਊਗੀ ਤੁਸੀਂ ਸੋਚ ਕੇ ਵੇਖੋ ਵੀ ਕਿਵੇਂ ਮਾਵਾਂ ਜਿਉਂਦੀਆਂ ਹੋਣਗੀਆਂ, ਹੈ ਨਾ ਜੀ। ਕਿੰਨਾ ਧੱਕਾ ਹੋਇਆ। ਸੁਮੇਲ ਸੈਣੀ ਦਾ ਜੋ ਚੱਲ ਰਿਹਾ ਤੁਸੀਂ ਵੇਖ ਹੀ ਰਹੇ ਜੀ, ਚੱਲ ਰਿਹਾ ਨਾ ਸਾਰਾ ਕੁਝ। ਇਹ ਬੰਦੇ ਉਹੀ ਨੇ, ਉਹੀ ਨੇ ਜਿਨ੍ਹਾਂ ਨੇ ਉਹ ਕੁਝ ਕੀਤਾ, ਆਪਣੇ ਹੱਥੀਂ ਕੀਤਾ। ਵੇਖੋ ਕਿਵੇਂ ਤਰੱਕੀਆਂ ਦੇ ਕੇ ਤਾਂ ਨੂੰ ਆਏ ਆ ਇਹ, ਹੈ ਨਾ। ਅਹੁਦੇ ਮਿਲੇ ਆ ਨਾ ਵੱਡੇ, ਸਿੱਖਾਂ ਨੂੰ ਮਾਰਨ ਦੇ ਇਹਨਾਂ ਨੂੰ ਅਹੁਦੇ ਮਿਲੇ ਆ। ਡੀਜੀਪੀ ਤੱਕ ਬਣਨ ਦਾ ਜਿਹੜਾ ਅਹੁਦਾ ਬਣਿਆ, ਇਹ ਮੰਨ ਲਓ ਇੱਕ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਨ ਦਾ ਤੱਕ ਦਾ ਇਹ ਅਹੁਦਾ, ਇਹਨੂੰ ਕਹਿ ਲਈਏ ਕਿ ਕੋਈ ਆਪਣੀ ਇੱਕ ਇਮਾਨਦਾਰੀ ਨਾਲ ਕੀਤੀ ਹੋਈ ਤਰੱਕੀ ਨਹੀਂ, ਇੱਕ ਝੂਠੇ ਮੁਕਾਬਲਿਆਂ ਨਾਲ ਡੀਜੀਪੀ ਬਣਿਆ। ਬਿਲਕੁਲ। ਜਿਹੜਾ ਕਿ ਜਸਵੰਤ ਸਿੰਘ ਖਾਲੜਾ ਬਿਲਕੁਲ ਜੀ ਦੀਆਂ ਤੁਸੀਂ ਪੜ੍ਹ ਲਓ, ਚਿੱਠੀਆਂ ਪੜ੍ਹ ਲਓ, ਉਹਨਾਂ ਦੀਆਂ ਲੈਕਚਰ ਸੁਣ ਲਓ, ਹੈ ਨਾ। ਦੇਖੋ ਉਹਨੂੰ ਵੀ ਕਿਵੇਂ ਲੱਭਿਆ ਉਹ, ਭਾਵ ਕਿ ਸਿੱਖਾਂ ਨੂੰ ਮਾਰਨ ਦੇ ਇੱਥੇ ਮਤਲਬ ਅਹੁਦੇ ਮਿਲਦੇ ਆ। ਬਿਲਕੁਲ, ਹੈ ਨਾ। ਸਜ਼ਾਵਾਂ ਤਾਂ ਮਿਲਣੀਆਂ ਕੀ ਹੈ। ਦਿੱਲੀ 'ਚ ਵੇਖੋ 84 'ਚ ਕਿੰਨੇ ਕਤਲੇਆਮ ਹੋਇਆ, ਕੀ ਮਿਲਿਆ ਉਹਨਾਂ ਨੂੰ? MLA ਦੀਆਂ ਟਿਕਟਾਂ ਮਿਲੀਆਂ, ਅਹੁਦੇ ਮਿਲੇ ਆ ਨਾ। ਚਲੋ ਖੈਰ, ਮੈਂ ਉੱਧਰ ਨਾ ਜਾਵਾਂ। ਫਿਰ ਉਸ ਤੋਂ ਬਾਅਦ ਸਾਡੇ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਸਰਕਾਰ ਬਣੀ ਬੇਅੰਤ ਸਿੰਘ ਦੀ, ਕਾਂਗਰਸ ਦੀ ਸਰਕਾਰ ਬਣਨ ਵੇਲੇ ਖਾੜਕੂ ਧਿਰਾਂ ਵੱਲੋਂ, ਬਹੁਤੀਆਂ ਜਥੇਬੰਦੀਆਂ ਵੱਲੋਂ, ਇਹ ਮੈਂ ਇੱਦਾਂ ਗੱਲਾਂ ਨਹੀਂ ਕਰ ਸਕਦੇ ਆਪਾਂ, ਬਹੁਤ ਗੱਲਾਂ ਜਿਹੜੀਆਂ ਸਟੇਜ ਤੇ ਨਹੀਂ ਕੀਤੀਆਂ ਜਾ ਸਕਦੀਆਂ, ਕੈਮਰੇ ਤੇ ਨਹੀਂ ਕੀਤੀਆਂ ਜਾ ਸਕਦੀਆਂ। ਤੁਸੀਂ ਬਾਕੀ ਪ੍ਰਚਾਰਕਾਂ ਤੋਂ, ਬਾਕੀ ਬੁੱਧੀਜੀਵੀਆਂ ਤੋਂ ਸਾਰਾ ਕੁਝ ਸੁਣਿਆ, ਕਿਉਂਕਿ ਮੇਰੀ ਨਾ ਹੀ ਤੇ ਐਡੀ ਔਕਾਤ ਹੈ, ਨਾ ਹੀ ਮੇਰੀ ਐਡੀ ਸਮਰੱਥਾ ਹੈ ਕਿ ਮੈਂ ਹਰ ਗੱਲ ਨੂੰ ਐਕਸਪਲੇਨ ਕਰ ਸਕਾਂ। ਬਹੁਤ ਗੱਲਾਂ ਨੇ ਜਿਹੜੀਆਂ ਹੋ ਸਕਦਾ ਮੈਥੋਂ ਅਣਦੇਖੀਆਂ ਹੋਣ। ਵੋਟਾਂ ਦਾ ਬਾਈਕਾਟ ਕੀਤਾ ਗਿਆ ਵੀ ਆਪਾਂ ਵੋਟ ਨਹੀਂ ਪਾਉਣੀ, ਤੇ ਤੁਹਾਨੂੰ ਪਤਾ ਵੀ 2-3% ਵੋਟ ਪਈ ਹੈ, ਕਾਂਗਰਸ ਦੀ ਸਰਕਾਰ ਬਣ ਗਈ। ਪਾਵਰਾਂ ਹੱਥ ਵਿੱਚ ਲੈ ਲਈਆਂ ਉਹਨਾਂ ਨੇ, ਕਿਉਂਕਿ ਪਹਿਲਾਂ ਰਾਸ਼ਟਰਪਤੀ ਰਾਜ ਸੀ ਨਾ, ਸੈਂਟਰ ਕੋਲੇ ਪਾਵਰ ਸੀ, ਫਿਰ ਸਿੱਧੀ ਪੰਜਾਬ ਕੋਲੇ ਆ ਗਈ, ਸਾਰਾ ਪੰਜਾਬ ਪੁਲਿਸ ਦੇ ਅੰਡਰ ਆ ਗਿਆ ਸਾਰਾ ਕੁਝ। ਤੇ ਉਹਨਾਂ ਨੇ ਕਿਵੇਂ ਧੱਕੇ ਦੇ ਨਾਲ ਘਰਾਂ 'ਚ ਜਾ ਕੇ ਕਿੱਦਾਂ ਕਤਲੇਆਮ ਕੀਤਾ, ਬਸ ਉਹ ਕਹਿਣ ਸੁਣਨ ਤੋਂ ਬਾਹਰ ਆ, ਨਾ ਹੀ ਇੰਨਾ ਬਿਆਨ ਕੀਤਾ ਜਾ ਸਕਦਾ। ਫਿਰ ਇਹ ਸਾਰਾ ਮਲੀਆ ਮੇਟ ਕਰਕੇ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਹੁਣ ਕੀਤਾ ਕੀ ਜਾਵੇ। ਬਿਲਕੁਲ ਜੀ, ਕਿਉਂਕਿ ਜਿਹੜੀਆਂ ਏਜੰਸੀਆਂ ਨੇ, ਜਿਹੜੇ ਲੋਕ ਨੇ ਉੱਪਰ ਸਿੱਖੀ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਆ, ਉਹ ਕਹਿੰਦੇ ਵੀ ਇਹਨਾਂ
ਦਾ ਅਕਾਲ ਤਖਤ ਸਾਹਿਬ ਵੀ ਢਾਹ ਦਿੱਤਾ, ਇਹਨਾਂ ਦੇ ਨੌਜਵਾਨ ਪੁੱਤ ਵੀ ਮਾਰ ਦਿੱਤੇ, ਵੀ ਸਿੱਖੀ ਥੋੜਾ ਖਤਮ ਹੋਣ ਲੱਗੀ ਇਹਦੇ ਨਾਲ, ਕਿਉਂਕਿ ਉਹ ਵੀ ਮੀਟਿੰਗਾਂ ਕਰਦੇ ਆ ਨਾ ਅਗਲੇ। ਬਿਲਕੁਲ ਬਿਲਕੁਲ। ਕਹਿੰਦੇ ਇਹਨਾਂ ਨੂੰ ਜਿਹੜੇ ਨੌਜਵਾਨ ਘਰਾਂ 'ਚ ਬਚ ਗਏ, ਕਿਸੇ ਕੋਈ 15 ਸਾਲ ਦਾ, ਕੋਈ 14 ਸਾਲ ਦਾ, ਕਿਸੇ ਦਾ ਮਾਮਾ ਸ਼ਹੀਦ ਹੋ ਗਿਆ, ਕਿਸੇ ਦਾ ਚਾਚਾ, ਕਿਸੇ ਦਾ ਪਿਤਾ, ਹੈ ਨਾ, ਵੀ ਉਹ ਘਰਾਂ ਵਿੱਚ ਜਿਹੜੇ ਬਚ ਗਏ ਨੇ, ਘਰਾਂ 'ਚ ਜਿਹੜੇ ਬਚ ਗਏ ਨੇ, ਵੀ ਉਹ ਘਰਾਂ 'ਚ ਗੱਲਾਂ ਤੇ ਕਰਦੇ ਹੋਣਗੇ, ਸੁਭਾਵਿਕ ਹੈ। ਜਿਵੇਂ ਹੁਣ ਕਿਸਾਨੀ ਅੰਦੋਲਨ ਚੱਲਦਾ, ਆਪਾਂ ਸਾਰੇ ਹੀ ਕਰਦੇ ਹਾਂ, ਕੋਈ ਖੇਤੀ ਨਹੀਂ ਕਰਦਾ ਉਹ ਵੀ ਕਰੀ ਜਾਂਦਾ, ਵੀ ਉੱਥੇ ਕੀ ਕਰ ਰਿਹਾ ਮੋਦੀ ਜੀ, ਫਲਾਨਾ ਕੀ ਹੋ ਰਿਹਾ। ਕਹਿੰਦੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢੋ, ਕੋਈ ਤਰੀਕਾ ਅਪਣਾਓ ਜੀ। ਤੇ ਤੁਹਾਨੂੰ ਪਤਾ ਵੀ ਉਦੋਂ ਖਾੜ 84 ਤੋਂ 92 ਤੱਕ ਖਾੜੇ ਨਹੀਂ ਲੱਗਦੇ ਸੀ। ਬਿਲਕੁਲ ਜੀ। ਜਿਹੜੇ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਨਾ ਕਲਾਕਾਰ, ਜਣਾ ਖਾਣਾ ਹੀ ਉੱਠ ਕੇ ਸਾਡੀ ਨੌਜਵਾਨੀ ਨੂੰ ਪਿੱਛੇ ਲਾਇਆ ਹੋਇਆ, ਉਹਨਾਂ ਨੂੰ ਮੈਂ ਉਹ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ, ਕਦੇ ਉਹ ਵਿਰਸਾ ਪੜ੍ਹ ਕੇ ਵੇਖ ਲਿਓ ਤੁਸੀਂ। ਉਦੋਂ ਜਿਹੜੇ ਕਲਾਕਾਰ ਸੀ ਜੀ, ਉਦੋਂ ਜਿਹੜੇ ਕਲਾਕਾਰ ਸੀ ਉਹ ਦਸਤਾਰਾਂ ਬੰਨ੍ਹਦੇ ਸੀ ਜੀ। ਮੈਂ ਨਹੀਂ ਕਹਿੰਦਾ ਵੀ ਚੰਗੇ ਸੀਗੇ ਗੀਤ ਗਾਉਂਦੇ, ਗੀਤ ਗੰਦੇ ਗਾਉਂਦੇ ਸੀ, ਗਾਉਣ ਵਾਲੀ ਦੇ ਸਿਰ ਤੇ ਵੀ ਚੁੰਨੀ ਹੁੰਦੀ ਸੀ ਜੀ। ਭਾਵ ਕਿ ਸਾਡਾ ਇੱਕ ਸੀਗਾ ਨਾ ਪਿਛੋਕੜ ਦਾ ਵੀ ਅਸੀਂ ਦਸਤਾਰਾਂ ਵਾਲੇ ਆ ਭਾਈ, ਠੀਕ ਆ। ਹੌਲੀ ਹੌਲੀ ਬੀਜ ਬਦਲ ਜਾਂਦਾ, ਜਿਵੇਂ ਆਪਾਂ ਕਹਿੰਦੇ ਵੀ ਚੱਲਦਾ ਚੱਲਦਾ ਪੈਸਾ ਖੋਟਾ ਹੋ ਜਾਂਦਾ, ਉਵੇਂ ਹੋਇਆ ਸਾਡੇ ਨਾਲ। ਫਿਰ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਐਵੇਂ ਕਰੋ ਵੀ ਆਪਾਂ ਇਹਨਾਂ ਨੂੰ ਘਰਾਂ ਚੋਂ ਬਾਹਰ ਕੱਢੋ ਜੀ। ਘਰਾਂ ਚੋਂ ਬਾਹਰ ਕੱਢਣ ਵਾਸਤੇ ਉਹਨਾਂ ਨੇ ਇੱਕ ਸੱਭਿਆਚਾਰਕ ਮੰਚ ਦਾ ਆਯੋਜਨ ਕੀਤਾ ਜੀ, ਜਿਹਦਾ ਪ੍ਰਧਾਨ ਬਣਾਇਆ ਗਿਆ ਜਗਦੇਵ ਸਿੰਘ ਜੱਸੋਵਾਲ ਜੀ। ਬਜ਼ੁਰਗ ਸੀਗਾ ਉਹ, ਜਿਹੜਾ ਕਿ ਹੁਣ ਦੁਨੀਆ ਤੇ ਹੈ ਵੀ ਨਹੀਂ ਜੀ, ਪਰ ਜਾਂਦਾ ਜਾਂਦਾ ਮੈਂ ਕਹਿੰਦਾ ਵੀ ਬਹੁਤ ਉਹ ਸਾਨੂੰ ਘਾਟਾ ਪਾ ਗਿਆ। ਚਿੱਟਾ ਦਾੜਾ, ਨੀਲੀ ਪੱਗ ਬੰਨ੍ਹਦਾ ਸੀ। ਅਸੀਂ ਕਹਿੰਦੇ ਵੀ ਸਿਆਣਾ ਬੰਦਾ, ਬਜ਼ੁਰਗ। ਬਜ਼ੁਰਗੀ ਦਾ ਅਰਥ ਦੇਖੋ, ਬਾਣੀ 'ਚੋਂ ਆਪਾਂ ਜਦੋਂ ਪੜ੍ਹਦੇ ਹਾਂ, ਬਾਣੀ ਦੱਸਦੀ ਹੈ ਹੈ ਨਾ, ਵੀ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਤੇ ਫਿਰ ਕਹਿੰਦੇ ਮਨਮੁਖ ਬਾਲਕ ਬਿਰਧ ਸਮਾਨ ਹੈ। ਬਾਣੀ ਦੇ ਦੋਵੇਂ ਪੱਖ ਹੈ। ਉਮਰ ਦਾ ਲਿਹਾਜ਼ ਕੋਈ ਨਹੀਂ ਸਿਆਣਪ ਨਾਲ ਜੀ। ਉਹ ਬਜ਼ੁਰਗ ਵੇਖ ਕੇ ਲੋਕਾਂ ਨੇ ਚਲੋ ਠੀਕ ਆ, ਕਹਿੰਦੇ ਠੀਕ ਹੈ, ਚੱਲੀ ਗਿਆ। ਸੋਸ਼ਲ ਮੀਡੀਆ ਤੇ ਹੈ ਨਹੀਂ ਸੀ। ਪ੍ਰੋਫੈਸਰ ਮੋਹਨ ਸਿੰਘ ਮੇਲਾ ਲਾਇਆ ਗਿਆ ਲੁਧਿਆਣੇ ਦੀ ਧਰਤੀ ਤੇ, ਜਿਹਦੇ 'ਚ ਕਲਾਕਾਰ ਲਿਆਂਦੇ ਗਏ ਜੀ। ਘੱਟ ਕੱਪੜੇ ਪਾ ਕੇ ਲੜਕੀਆਂ ਨਚਾਈਆਂ ਗਈਆਂ, ਸਿਰ ਤੋਂ ਚੁੰਨੀਆਂ ਲਾ ਕੇ, ਕੁਰਸੀਆਂ ਲੱਗੀਆਂ ਨੇ। ਪੰਚਾਇਤਾਂ ਨੂੰ ਆਰਡਰ ਕੀਤੇ ਵੀ ਬੰਦੇ ਲੈ ਕੇ ਪਹੁੰਚੋ, ਜਿਵੇਂ ਅੱਜ ਵੀ ਰਾਜਨੀਤਿਕ ਬੰਦਿਆਂ ਨੂੰ ਰੈਲੀਆਂ 'ਚ ਲਿਜਾਣ ਵਾਸਤੇ ਬੱਸਾਂ ਅਫੀਮ ਭੁੱਕੀ ਵਰਤੀ ਜਾਂਦੀ ਹੈ। ਵੱਡੀ ਗਿਣਤੀ 'ਚ ਲੋਕ ਉੱਥੇ ਪਹੁੰਚੇ, ਤੇ ਜਿਹੜੇ ਬੰਦੇ ਵਿੱਚ ਨਿਗਾਹ ਤੇ ਛੱਡੇ ਹੁੰਦੇ ਆ, ਉਹਨਾਂ ਨੇ ਵੇਖਿਆ ਵੀ ਜਦੋਂ ਘੱਟ ਕੱਪੜੇ ਪਾ ਕੇ ਲੜਕੀਆਂ ਨਚਾਈਆਂ ਨਾ ਜੀ, ਵੱਡੀ ਉਮਰ ਦੇ ਬਜ਼ੁਰਗ ਵੀ ਜੀ ਕਹਿੰਦੇ ਅੱਡੀਆਂ ਚੁੱਕ ਚੁੱਕ ਕੇ ਵੇਖਣ ਲੱਗੇ, ਕਿਉਂਕਿ ਮਨ ਸ਼ੈਤਾਨ ਆ ਨਾ ਬੰਦੇ ਦਾ ਜੀ। ਉਮਰ ਨਾਲ ਸਿਆਣਾ ਨਹੀਂ ਹੁੰਦਾ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ, ਗੁਰੂ ਦੇ ਗਿਆਨ ਨਾਲ ਹੁੰਦਾ। ਜੇ ਹੋਵੇ ਤਾਂ ਉਹ ਤੇ ਜਾਂਦੇ ਹੀ ਨਹੀਂ ਉੱਥੇ। ਉਹਨਾਂ ਨੇ ਇਸ ਚੀਜ਼ ਤੇ ਫੋਕਸ ਕੀਤਾ ਵੀ ਤੁਸੀਂ ਐਵੇਂ ਕਰੋ, ਆਹ ਕੰਮ ਠੀਕ ਹੈ, ਇਹਦੇ ਤੋਂ ਬਹੁਤ ਪ੍ਰਭਾਵਿਤ ਹੋਇਆ। ਟਿਕ ਟਿਕ ਹੀ ਲਾ ਕੇ ਉਹ ਵੇਖ ਰਿਹਾ, ਕਿਉਂਕਿ ਇੱਕ ਤਾਂ ਵੇਖਿਆ ਕਾਫੀ ਚਿਰ ਤੋਂ ਸੀ। ਫਿਰ ਉਸ ਤੋਂ ਬਾਅਦ ਉਹ ਸੱਭਿਆਚਾਰ ਪ੍ਰਫੁੱਲਤ ਕੀਤਾ ਜੀ। ਪਿੰਡਾਂ ਦੇ ਵਿੱਚ ਕਲੱਬ ਬਣੇ, ਸੱਭਿਆਚਾਰਕ ਮੇਲੇ ਲੱਗੇ। ਮੈਂ ਅਨੇਕਾਂ ਪਿੰਡ ਇਹੋ ਜਿਹੇ ਗਿਣਾ ਸਕਦਾ, ਅਨੇਕਾਂ ਜੀ, ਜਿੱਥੇ ਸੱਭਿਆਚਾਰਕ ਕਬੱਡੀ ਦੇ ਟੂਰਨਾਮੈਂਟ ਵੀ ਹੁੰਦੇ ਸੀ, ਤੇ ਫਿਰ ਉਸ ਤੋਂ ਬਾਅਦ ਸੱਭਿਆਚਾਰਕ ਮੇਲਾ ਵੀ ਹੁੰਦਾ ਸੀ। ਉੱਥੇ ਕਲਾਕਾਰ ਆ ਕੇ ਨਸ਼ੇ ਵੀ ਚੱਲਦੇ ਸੀ। ਅੱਜ ਵੀ ਮੇਰੇ ਹਿਸਾਬ ਨਾਲ ਪਿੰਡਾਂ ਦੇ ਵਿੱਚ ਚੱਲ ਰਿਹਾ, ਅੱਜ ਵੀ ਚੱਲ ਰਿਹਾ ਦੌਰ, ਜਿਹੜਾ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਹੀ ਹੈ ਕਿ ਮੇਲਾ ਲੱਗਦਾ, ਪਹਿਲਾਂ ਅਖਾੜਾ ਲੱਗਦਾ, ਉੱਥੇ ਸਾਡੇ ਘਰਾਂ 'ਚ ਉੱਠੀਆਂ ਧੀਆਂ ਵੀ ਜਾਂਦੀਆਂ ਨੇ, ਭੈਣਾਂ ਵੀ ਜਾਂਦੀਆਂ ਨੇ, ਬਜ਼ੁਰਗ ਵੀ ਜਾਂਦੇ ਨੇ। ਪਹਿਲਾਂ ਅਖਾੜਾ ਦੇਖਦੇ, ਮੁੜ ਕੇ ਕਬੱਡੀ ਹੁੰਦੀ ਹੈ। ਮੰਨ ਲਓ ਇੱਕ ਅੱਜ ਵੀ ਸਾਨੂੰ ਉਹੋ ਜਿਹਾ ਕੁਛ ਹੀ ਪਰੋਸਿਆ ਜਾ ਰਿਹਾ। ਮੇਲ ਨਹੀਂ ਕੋਈ, ਨਸ਼ੇ ਤੇ ਕਬੱਡੀ ਦਾ ਕੋਈ ਮੇਲ ਹੈ? ਕੋਈ ਮੇਲ ਨਹੀਂ। ਚਲੋ ਖੈਰ, ਭਾਵ ਕਿ ਉੱਥੇ ਇਹ ਚੀਜ਼ਾਂ ਪ੍ਰਫੁੱਲਤ ਕੀਤੀਆਂ ਗਈਆਂ ਹਨ, ਜਿਹੜਾ ਕਿ ਮੈਂ ਆਪਣੀ ਅੱਖਾਂ ਨਾਲ ਵੇਖੀਆਂ ਜੀ, ਜਿਹੜਾ ਕਿ ਮੈਂ ਵੀ ਉਸ ਚੀਜ਼ ਦਾ ਹਿੱਸਾ ਰਿਹਾ ਜੀ, ਹੈ ਨਾ ਜੀ। ਮੈਂ ਦੇਖਿਆ, ਕਿਉਂਕਿ ਮੇਰੀ ਵੀ ਉਮਰ ਇੱਦਾਂ ਦੀ ਸੀ, ਉਦੋਂ ਨਹੀਂ ਸਮਝ ਸੀ ਇਹਨਾਂ ਗੱਲਾਂ ਦੀ। ਉਹ ਚੀਜ਼ ਸਾਰੀ ਪ੍ਰਫੁੱਲਤ ਕੀਤੀ ਗਈ। ਫਿਰ ਹੌਲੀ ਹੌਲੀ ਤੁਹਾਨੂੰ ਪਤਾ ਹੈ, ਵਿਆਹਾਂ ਵਿੱਚ ਖਾੜੇ ਲੱਗਣੇ ਸ਼ੁਰੂ ਹੋ ਗਏ, ਕਲਾਕਾਰ ਮੋਨੇ ਆਉਣੇ ਸ਼ੁਰੂ ਹੋ ਗਏ, ਪੱਗਾਂ ਲੈ ਗਈਆਂ ਸਿਰ ਤੋਂ। ਈਵਨ ਕਿ ਮੈਂ ਇੱਦਾਂ ਦੇ ਕਲਾਕਾਰ, ਮੈਂ ਨਾਂ ਨਹੀਂ ਇੱਥੇ ਕਿਸੇ ਦਾ ਲਵਾਂਗਾ, ਕਿਉਂਕਿ ਬਹੁਤੇ ਕਹਿਣਗੇ ਵੀ ਤੁਸੀਂ ਕਲਾਕਾਰਾਂ ਦਾ ਤੁਹਾਨੂੰ ਇੰਨਾ ਜ਼ਿਆਦਾ ਕਿਵੇਂ ਪਤਾ ਹੈ, ਕਿਉਂਕਿ ਮੈਂ ਡੀਪਲੀ ਬਹੁਤ ਵਿਚਰਿਆ ਇਹਨਾਂ 'ਚ ਜੀ। ਪੱਗਾਂ ਵਾਲੇ ਕਲਾਕਾਰ ਅੱਜ ਮੋਨੇ ਆ, ਬਹੁਤ ਕਲਾਕਾਰ ਹੈਗੇ ਨੇ ਜਿਹੜੇ ਕਿ ਪੱਗਾਂ ਬੰਨ੍ਹ ਕੇ ਆਏ ਸੀ ਇਸ ਫੀਲਡ 'ਚ। ਉਹਨਾਂ ਨੂੰ ਪਤਾ ਲੱਗ ਗਿਆ ਵੀ ਪੱਗਾਂ ਨਾਲ ਬਹੁਤੀ ਗੱਲ ਨਹੀਂ ਬਣਨੀ, ਉਹਨਾਂ ਨੇ ਲਾਤੀਆਂ। ਇੱਦਾਂ ਦਾ ਵੀ ਮੈਨੂੰ ਪਤਾ ਹੈ ਕਿ ਇੱਕ ਦੋ ਕਲਾਕਾਰ ਇੱਦਾਂ ਦੇ ਵੀ ਹੈ ਕਿ ਜਿਹੜੇ ਕੀਰਤਨੀਏ ਸੀ। ਹਾਂਜੀ, ਕਿਸੇ ਟਾਈਮ ਤੇ ਕੀਰਤਨੀਏ ਸੀ, ਕੀਰਤਨ ਸਿੱਖ ਕੇ ਫੀਲਡ ਵਿੱਚ ਆਏ ਸੀ, ਪਰ ਉਸ ਤੋਂ ਬਾਅਦ ਜਦੋਂ ਦੇਖਿਆ ਕਿ ਇੱਧਰਲੇ ਪਾਸੇ ਕੁਛ ਨਹੀਂ ਬਣਿਆ, ਤੇ ਕੀਰਤਨ ਨੂੰ ਛੱਡ ਕੇ ਉਹ ਕਲਾਕਾਰ ਬਣ ਗਏ। ਇੱਕ ਨਾਮੀ ਕਲਾਕਾਰ ਹੈ ਨਹੀਂ ਪੰਜਾਬ ਦੇ ਵਿੱਚ ਜਿਹੜੇ ਕਵਿਸ਼ਰੀ ਤੇ ਕੀਰਤਨ ਨੂੰ ਛੱਡ ਕੇ ਅੱਜ ਕਲਾਕਾਰ ਬਣੇ ਨੇ। ਬਿਲਕੁਲ। ਤੇ ਉਹ ਦੇਖੋ ਵੀ ਇਵੇਂ ਦੇ ਕਲਾਕਾਰ ਲਿਆਂਦੇ ਗਏ ਜਿਨ੍ਹਾਂ ਨੇ ਕਿ ਮਤਲਬ ਇੱਦਾਂ ਦੇ ਗੀਤ ਗਾਏ ਹਨ। ਤੇ ਕੁਦਰਤੀ ਗੱਲ ਹੈ, ਹੌਲੀ ਹੌਲੀ ਫਿਰ ਇਹ ਸੱਭਿਆਚਾਰ ਵਿਆਹਾਂ 'ਚ ਆਉਣਾ ਸ਼ੁਰੂ ਹੋ ਗਿਆ ਜੀ। ਵਿਆਹਾਂ ਦੇ ਵਿੱਚ ਖਾੜੇ ਲੱਗੇ ਜੀ। ਖਾੜੇ ਲੱਗਣ ਤੋਂ ਬਾਅਦ ਹੌਲੀ ਹੌਲੀ ਸਮਾਂ ਬਦਲ ਗਿਆ। ਫਿਰ ਉਸ ਤੋਂ ਬਾਅਦ ਆਰਕੈਸਟਰਾ, ਹੈ ਨਾ। ਵੇਖੋ
ਆਪਾਂ ਉਹਨਾਂ ਵਾਸਤੇ ਭੱਦੇ ਲਫ਼ਜ਼ ਮੈਂ ਨਹੀਂ ਵਰਤੂੰਗਾ, ਕਿਉਂਕਿ ਉਹ ਵੀ ਕਿਸੇ ਦੀਆਂ ਬੱਚੀਆਂ ਨੇ, ਮਜਬੂਰੀ ਹੋ ਸਕਦੀ ਹੈ ਕਿਸੇ ਦੀ, ਚਲੋ ਸ਼ੌਕ ਆ ਜੋ ਮਰਜ਼ੀ, ਮੈਂ ਨਹੀਂ ਉਧਰ ਨਹੀਂ ਮੈਂ ਜਾਣਾ, ਕਿਉਂਕਿ ਉਹ ਮਤਲਬ ਸਾਨੂੰ ਗੁਰਬਾਣੀ ਨੇ ਇਹ ਨਹੀਂ ਸਿਖਾਇਆ ਵੀ ਕਿਸੇ ਦੀ ਧੀ ਭੈਣ ਨੂੰ ਅਸੀਂ ਮਾੜਾ ਬੋਲੀਏ। ਜੋ ਜਿਵੇਂ ਕਰਦਾ ਉਹਨੇ ਆਪਣੇ ਮੁਤਾਬਕ ਬੰਦੇ ਨੇ ਉਹਦਾ ਰਿਜ਼ਲਟ ਮਿਲ ਜਾਣਾ ਉਹਨੂੰ। ਪਰ ਮੈਂ ਇਹ ਗੱਲ ਕਰਦਾ ਵੀ ਇਦਾਂ ਦਾ ਦੌਰ ਚੱਲ ਪਿਆ ਜਿਹਨੂੰ ਆਰਕੈਸਟਰਾ ਕਹਿੰਦੇ ਆਪਾਂ, ਖਾੜਿਆਂ ਤੋਂ ਉਹ ਆ ਗਿਆ, ਉਹ ਥੋੜਾ ਜਿਹਾ ਸਸਤਾ ਸੀ ਉਹਦੇ ਨਾਲ। ਖਾੜੇ ਵਾਲਾ 60-70 ਹਜ਼ਾਰ ਲੈਂਦਾ ਸੀ, ਉਹ 20 ਹਜ਼ਾਰ 'ਚ ਕੰਮ ਚੱਲ ਪਿਆ। ਉਹ ਕੱਪੜੇ ਘੱਟ ਪਾ ਕੇ ਲੜਕੀਆਂ ਨਚਾਈਆਂ ਗਈਆਂ, ਤੇ ਵਿਆਹਾਂ ਦੇ ਵਿੱਚ ਤੁਹਾਨੂੰ ਪਤਾ ਕਿਵੇਂ ਡੀਜੇ ਵੱਜਦੇ ਨੇ, ਤੇ ਸ਼ਰਾਬ ਦੇ ਦੌਰ ਚੱਲਦੇ ਨੇ। ਉੱਥੇ ਦਾਦਾ ਬੈਠਾ, ਉੱਥੇ ਪੋਤਾ ਬੈਠਾ ਹੈ, ਉੱਥੇ ਨੂੰਹ ਬੈਠੀ ਹੈ, ਉੱਥੇ ਧੀ ਬੈਠੀ ਹੈ, ਉੱਥੇ ਸੱਸ ਬੈਠੀ ਹੈ, ਉੱਥੇ ਸਹੁਰਾ ਬੈਠਾ। ਤੇ ਫਿਰ ਵਿਆਹ ਤੋਂ ਬਾਅਦ ਮਹੀਨੇ 2 ਮਹੀਨਿਆਂ ਬਾਅਦ ਰਿਸ਼ਤੇਦਾਰ ਸੱਦਦੇ ਹਾਂ ਅਸੀਂ ਵੀ ਨੂੰਹ ਸਾਨੂੰ ਮਤਲਬ ਚੱਜ ਨਾਲ ਬੁਲਾਉਂਦੀ ਨਹੀਂ, ਇਹ ਤੇ ਫੋਨ ਤੇ ਲੱਗੀ ਰਹਿੰਦੀ ਹੈ, ਇਹ ਤੇ ਗੀਤ ਕੰਨਾਂ 'ਚ ਲਾਈ ਰੱਖਦੀ ਹੈ, ਇਹ ਤਾਂ ਸਾਨੂੰ ਰੋਟੀ ਨਹੀਂ ਪੁੱਛਦੀ। ਉਹ ਪੁੱਛਣ ਵਾਲਾ ਹੋਵੇ ਉਸ ਬੇਬੇ ਨੂੰ ਵੀ ਉਸ ਬਾਪੂ ਨੂੰ ਵੀ ਬਾਪੂ ਮੈਨੂੰ ਇਹ ਦੱਸ, ਜਦੋਂ ਤੂੰ ਪੁੱਤ ਦਾ ਜਨਮ, ਜਦੋਂ ਪੁੱਤ ਦਾ ਜਨਮ ਹੋਇਆ ਉਦੋਂ ਗੁਰਦੁਆਰੇ ਗਿਆ ਸੀ ਕਿ ਘਰ 'ਚ ਮਹਿਫਲ ਲਾਈ ਸੀ ਕਿ ਗੰਦੇ ਗੀਤ ਚਲਾਏ ਸੀ? ਨਿਉਂ ਤੇ ਗਲਤ ਰੱਖੀ ਹੋਈ ਹੈ। ਉਸ ਮਾਂ ਨੂੰ ਪੁੱਛਣਾ ਵੀ ਮਾਂ ਤੂੰ ਇਹ ਦੱਸ, ਜਦੋਂ ਤੇਰੀ ਕੁੱਖ ਵਿੱਚ ਧੀ ਪਲ ਰਹੀ ਸੀ, ਬੱਚਾ ਪਲ ਰਿਹਾ ਸੀ, ਪੁੱਤ ਪਲ ਰਿਹਾ ਸੀ, ਤੂੰ ਉਦੋਂ ਕੀ ਵੇਖਦੀ ਸੀ? ਬਿਲਕੁਲ, ਕਿਉਂਕਿ ਅਸਰ ਹੈ ਨਾ। ਬਿਲਕੁਲ, ਜੇ ਅੱਜ ਤੁਸੀਂ ਡਾਕਟਰ ਨੂੰ ਪੁੱਛ ਕੇ ਵੇਖੋ, ਜੇ ਮਾਂ ਨੂੰ ਖੰਘ ਲੱਗੀ ਆ ਨਾ, ਵਾਹਿਗੁਰੂ ਬੱਚੇ ਨੂੰ ਖੰਘ ਲੱਗੀ ਹੈ, ਤੇ ਉਹ ਖੁਰਾਕ ਮਾਂ ਦੀ ਚੇਂਜ ਕਰ ਦਿੰਦੇ। ਬਿਲਕੁਲ, ਜਿਹੜਾ ਬੱਚਾ ਦੁੱਧ ਪੀਂਦਾ ਮਾਂ ਦਾ, ਵੀ ਤੂੰ ਇਦਾਂ ਦਾ ਖੱਟਾ ਮਿੱਠਾ ਨਹੀਂ ਖਾਣਾ, ਕਿਉਂਕਿ ਦੁੱਧ ਪੀ ਰਿਹਾ ਬੱਚਾ, ਬੱਚੇ ਨੂੰ ਪ੍ਰੋਬਲਮ ਹੋਣੀ ਹੈ ਤੇਰੇ ਕਰਕੇ। ਤੇ ਜੇ ਸਰੀਰ ਦੀ ਖਾਧੀ ਹੋਈ ਖੁਰਾਕ ਬੱਚੇ ਨੂੰ ਪ੍ਰਭਾਵਿਤ ਕਰਦੀ ਹੈ, ਤੇ ਤੁਸੀਂ ਸੋਚੋ ਵੀ ਜਿਹੜਾ ਪੇਟ ਵਿੱਚ ਬੱਚਾ ਪਲ ਰਿਹਾ, ਜੋ ਉਹ ਸੱਭਿਆਚਾਰ ਨੂੰ ਵੇਖ ਕੇ ਵੱਡਾ ਹੋਇਆ, ਤੇ ਉਹਦੇ ਤੇ ਪ੍ਰਭਾਵ ਪੈਣਾ ਤੇ ਕੁਦਰਤੀ ਗੱਲ ਹੈ। ਉਹ ਪੈਂਦਾ, ਉਹ ਪਿਆ ਸਾਡੇ ਤੇ। ਬਿਲਕੁਲ, ਪਿਆ ਇਦਾਂ ਦਾ ਪ੍ਰਭਾਵ। ਤੇ ਇਵੇਂ ਦਾ ਸਾਰਾ ਕੁਝ ਚੱਲਦਾ ਹੌਲੀ ਹੌਲੀ ਵਿਆਹਾਂ ਵਿੱਚ ਆਇਆ। ਤੇ ਮੈਨੂੰ ਮਾਫ ਕਰਨਾ, ਇਹ ਸ਼ਬਦ ਮੈਨੂੰ ਬੋਲਣੇ ਪੈਣਗੇ। ਅੱਜ ਸਾਡੀਆਂ ਭੈਣਾਂ ਦੀਆਂ, ਸਾਡੀਆਂ ਧੀਆਂ ਦੀਆਂ, ਕਿਉਂਕਿ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਹਾਂ, ਪਰ ਇਹ ਕਹਿਣਾ ਪੈਂਦਾ ਦਿਲ ਤੇ ਪੱਥਰ ਰੱਖ ਕੇ। ਅੱਜ ਤੁਸੀਂ ਕਿਸੇ ਵਿਆਹ ਵਿੱਚ ਜਾਓ ਪ੍ਰਗਟ ਸਿੰਘ ਜੀ, ਕਿਉਂਕਿ ਅੱਖਾਂ ਤੇ ਬੰਦ ਕਰਕੇ ਨਹੀਂ ਬਹਿ ਸਕਦੇ, ਵੇਖਣਾ ਹੀ ਆਪਾਂ ਨਾ, ਝਾਕਿਆ ਜਾਂਦਾ ਤੁਹਾਥੋਂ। ਅੱਜ ਉਹਨਾਂ ਆਰਕੈਸਟ ਵਾਲੀਆਂ ਬੱਚੀਆਂ ਤੋਂ ਤੇ ਸਾਡੀਆਂ ਬੱਚੀਆਂ 'ਚ ਕੋਈ ਬਹੁਤਾ ਫਰਕ ਨਹੀਂ, ਕੱਪੜੇ 'ਚ ਕੋਈ ਬਹੁਤ, ਭਾਵੇਂ ਨਾ ਨੰਗੇਜਵਾਦ ਹੈ ਨਾ, ਪਤਾ ਨਹੀਂ ਮਾਂ ਪਿਓ ਕਹਿੰਦੇ ਨਹੀਂ ਆਪਣੇ ਬੱਚਿਆਂ ਨੂੰ, ਜਾਂ ਮਾਂ ਪਿਓ ਗਰਕ ਚੁੱਕੇ ਨੇ ਇਸ ਧਰਤੀ 'ਚ। ਮੈਂ ਕਹਿਣਾ ਵੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਛੋਟੇ ਛੋਟੇ ਬੱਚੇ ਭਾਵ ਗਲਤ ਰਸਤੇ ਤੁਰ ਪਏ, ਸਾਡਾ ਧਿਆਨ ਹੀ ਨਹੀਂ। ਬਿਲਕੁਲ ਜੀ, ਹੈ ਨਾ, ਧਿਆਨ ਨਹੀਂ। ਜੋ ਕੁਝ ਅਸੀਂ ਦੇਖਿਆ, ਜੋ ਕੁਝ ਸੁਣਿਆ, ਬਸ ਉਹੀ ਕੁਝ ਸਾਡੇ ਨਾਲ ਅੱਜ ਹੋ ਰਿਹਾ। ਇੱਥੋਂ ਤੱਕ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ, ਕਿਉਂਕਿ ਅੱਜ ਦੇ ਦੌਰ ਦੀ ਹੈ। ਅੱਜ ਸਾਡੇ ਬੱਚੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂਦੇ ਆ, ਜਾਣ ਜਮ ਜਾਣ, ਮੈਂ ਨਹੀਂ ਕਹਿੰਦਾ ਕੋਈ ਨਾ ਜਾਵੇ, ਪਰ ਤੁਸੀਂ ਵੇਖੋ ਇਹ ਗੱਲ ਕਈਆਂ ਨੂੰ ਚੁਭਣੀ ਵੀ ਹੈ। ਅੱਜ ਜਿਹੜੀ ਸਾਡੀ ਬੱਚੀ ਸਿਰ ਤੋਂ ਚੁੰਨੀ ਨਹੀਂ ਨਾ ਲਾਉਂਦੀ, ਅੱਜ ਉਹ ਕਾਲਜ ਅਸੀਂ ਸਕੂਲ ਛੱਡ ਕੇ ਆਉਣੇ, ਬੱਸ ਤੇ ਮੋਟਰਸਾਈਕਲ ਤੇ ਨਾਲ ਜਾਂਦੇ, ਮਾਂ ਬਾਪ ਜਾਂਦਾ ਹਨ, ਉੱਥੇ ਅਸੀਂ ਇਕੱਲੀ ਨੂੰ ਭੇਜ ਰਹੇ ਹਾਂ, ਜਿਹੜੀਆਂ ਖਬਰਾਂ ਚੱਲ ਰਹੀਆਂ ਵੀ ਉੱਥੇ ਐਵੇਂ ਹੋ ਗਿਆ ਜੀ। ਅਜੇ ਉਹ ਬੱਚੀ ਨੇ ਜਾਣਾ ਹੁੰਦਾ ਜੀ, ਅਜੇ ਉਹ ਬੱਚੀ ਨੇ ਫਲਾਈਟ ਤੇ ਜਾਣਾ ਹੁੰਦਾ, ਜੇ ਟਿਕਟ ਲਈ ਨੇ, ਅਜੇ ਪਾਸਪੋਰਟ ਤੇ ਮੋਹਰ ਲੱਗੀ ਹੈ, ਕੈਨੇਡਾ ਉਹਨੇ ਵੇਖਿਆ ਨਹੀਂ ਆ, ਅਮਰੀਕਾ ਨੂੰ ਉਹਨੂੰ ਪਤਾ ਨਹੀਂ ਵੀ ਕਿੱਥੇ ਵਾਈਟ ਹਾਊਸ ਹੈ, ਪਰ ਉਹਨੇ ਮਤਲਬ ਜਾਣ ਤੋਂ ਪਹਿਲਾਂ ਹੀ ਹੁਲੀਆ ਚੇਂਜ ਕਰ ਲਿਆ, ਉਧਰਲਾ ਕਰ ਲਿਆ। ਦੇਖੋ ਕਿੰਨਾ ਇਹਦਾ ਮਤਲਬ ਬਹੁਤ ਵੱਡੇ ਪੱਧਰ ਤੇ ਇਹ ਬਿਮਾਰੀ ਪੈ ਚੁੱਕੀ। ਬਿਲਕੁਲ, ਉਹਨੇ ਪਹਿਲਾਂ ਹੀ ਕੇਸ ਕਟਾ ਲਏ, ਵਾਲ ਇਦਾਂ ਕਰਵਾ ਲਏ, ਕੇਸ ਖੁੱਲੇ ਛੱਡ ਲਏ, ਲਿਬਾਸ ਉਦਾਂ ਦਾ ਬਣਾ ਲਿਆ। ਮੈਂ ਦੇਖੋ ਬਸ ਇਹ ਗੱਲਾਂ ਮੈਂ ਨਹੀਂ ਕਰ ਸਕਦਾ। ਹੁਣ ਸਾਨੂੰ ਐਵੇਂ ਲੱਗਦਾ ਵੀ ਅਮਰੀਕਾ, ਕੈਨੇਡਾ 'ਚ ਲੋਕ ਸ਼ਾਇਦ ਇਦਾਂ ਹੀ ਰਹਿੰਦੇ ਆ। ਨਹੀਂ ਭਾਈ, ਨਹੀਂ, ਬਹੁਤ ਚੰਗੇ ਨੇ, ਚੰਗੇ ਵੀ ਨੇ। ਮੈਂ ਸੁਣੀ ਸੁਣਾਈ ਗੱਲ, ਮੈਂ ਇਹਨਾਂ ਅੱਖਾਂ ਨਾਲ ਵੇਖ ਕੇ ਉੱਥੇ ਵੀ ਦੀਵਾਨੇ ਵਾਲੀਆਂ ਬੱਚੀਆਂ ਹੈਗੀਆਂ ਨੇ, ਉੱਥੇ ਵੀ ਸ੍ਰੀ ਸਾਹਿਬ ਉੱਤੋਂ ਦੀ ਪਾ ਕੇ ਬੱਚੀਆਂ ਪਾਰਕ 'ਚ ਜਾਂਦੀਆਂ ਮੈਂ ਵੇਖੀਆਂ ਨੇ। ਇਹ ਤਾਂ ਸਾਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ ਵੀ ਸਾਨੂੰ ਐਵੇਂ ਲੱਗਦਾ ਵੀ ਇਹਦੇ ਨਾਲ ਸ਼ਾਇਦ ਅਸੀਂ ਬੈਕਵਰਡ ਲੱਗਾਂਗੇ, ਇਹਦੇ ਨਾਲ ਸਾਨੂੰ ਸ਼ਾਇਦ ਲੋਕ ਕਹਿਣਗੇ ਵੀ ਤੇ ਅਨਪੜ੍ਹ ਹੈ ਨਾ, ਵੀ ਮਤਲਬ ਸਾਡੀ ਇਹ ਪਰਿਭਾਸ਼ਾ ਹੈ ਵੀ ਮਤਲਬ ਸਟੈਂਡਰਡ ਹੈ ਨਾ। ਤੇ ਫਿਰ ਉਹ ਜਿਹੜੀ ਆਪਾਂ ਗੱਲ ਉੱਥੇ ਫਿਰ ਲੈ ਕੇ ਜਾਵਾਂ ਵੀ ਸੱਭਿਆਚਾਰ ਵਿਆਹਾਂ ਦੇ ਵਿੱਚ ਆਇਆ। ਅੱਜ ਇੱਕ ਸਿੱਖ ਦਾ ਵਿਆਹ ਵੀ ਆਰਕੈਸਟਰਾ ਬਿਨਾਂ ਨਹੀਂ ਹੁੰਦਾ। ਵੱਡੇ ਵੱਡੇ ਇੱਥੋਂ ਤੱਕ ਕਿ ਕੁਝ ਪ੍ਰਚਾਰਕ ਆਪਣੇ ਆਪ ਨੂੰ, ਉਹਨਾਂ ਦੇ ਵਿਆਹ ਵਿੱਚ ਵੀ ਡੀਜੇ ਲੱਗੇ ਨੇ। ਬਿਲਕੁਲ, ਮੈਂ ਨਹੀਂ ਕਹਿੰਦਾ, ਉਹ ਵਿਸ਼ਾ ਨਹੀਂ ਮੈਂ ਲੈਣਾ ਵੀ ਕੀ ਮਜਬੂਰੀ ਸੀ, ਬੱਚੇ ਬਾਗੀ ਨੇ, ਉਹ ਇੱਕ ਵੱਖਰਾ ਪੱਖ ਹੈ, ਪਰ ਉਹਨਾਂ ਦੇ ਵਿਆਹਾਂ 'ਚ ਵੀ ਲੱਗਦੇ ਨੇ। ਕੀ ਸੰਦੇਸ਼ ਦੇਵਾਂਗੇ ਜੀ ਲੋਕਾਂ ਨੂੰ? ਬਿਲਕੁਲ ਜੀ, ਪ੍ਰਚਾਰਕਾਂ ਦੇ ਘਰ ਵਾਲੀਆਂ ਬਿਊਟੀ ਪਾਰਲਰ ਜਾਣ, ਬਿਲਕੁਲ ਸਾਥੋਂ ਸਿੱਖਣਗੇ ਨਾ ਲੋਕ। ਬਿਲਕੁਲ, ਕਹਿਣਾ ਬਹੁਤ ਸੌਖਾ, ਫੇਸਬੁੱਕ ਤੇ ਕਮੈਂਟ ਲਿਖਣਾ ਬਹੁਤ ਸੌਖਾ ਹੈ ਵੀ ਮਤਲਬ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਬਸ ਮੰਨ ਲਿਆ। ਇੱਦਾਂ ਲਿਖਣਾ ਤੇ ਬਹੁਤ ਸੌਖਾ ਹੈ। ਗੁਰਮਤ ਅਨੁਸਾਰ ਵਿਆਹ ਕਰੋ ਜੀ। ਮੈਂ ਗੁਰਮਤ ਵਾਲੇ ਵਿਆਹ ਤੇ ਕਥਾ ਕਰਨ ਗਿਆ, ਮੇਰਾ ਪਰਿਵਾਰ ਮੇਰੇ ਨਾਲ ਹੈ, ਉਹ ਬੰਦੇ ਲੋਕ ਦੇਖਦੇ ਵੀ ਆਹ ਕੀ ਹੈ ਜੀ, ਪ੍ਰਭਾਵ ਤੇ ਜੀਵਨ ਦਾ ਨਾ। ਪਹਿਲਾਂ ਵਾਲੇ ਸਮੇਂ 'ਚ ਪ੍ਰਚਾਰਕਾਂ ਵਾਹਿਗੁਰੂ ਗੁਰਸਿੱਖਾਂ ਦੇ ਜੀਵਨ ਦਾ ਪ੍ਰਭਾਵ ਸੀ। ਕਿਹੜੇ ਮੈਕ ਸੀ, ਕਿਹੜਾ ਕਥਾ ਕਰਦੇ ਸੀ ਲੋਕ ਜੀ। ਬਿਲਕੁਲ ਜੀ,
ਸੋ ਇਸ ਕਰਕੇ ਇਹ ਨਿਘਾਰ ਲਗਾਤਾਰ ਆ ਰਿਹਾ, ਬੜੀ ਵੱਡੀ ਤੇਜ਼ੀ ਨਾਲ ਆ ਰਿਹਾ। ਤੇ ਅੱਜ ਜੇ ਘਰ ਦੇ ਵਿੱਚ ਵੀ ਡੀਜੇ ਲੱਗਦਾ, 3-3 ਦਿਨ ਡੀਜੇ ਲੱਗਦਾ ਜੀ, 3-3 ਦਿਨ ਡੀਜੇ ਲੱਗਦਾ ਤੇ ਡੀਜੇ ਲੱਗਿਆ ਹੁੰਦਾ ਤੇ ਬਹੁਤ ਵਾਰੀ ਤਾਂ ਘੰਧੋਲੀਆਂ ਦੇ ਅੰਦਰ ਹੀ ਲੱਗਿਆ ਹੁੰਦਾ ਜੀ। ਜਿੱਥੋਂ ਤੱਕ ਕਿ ਸਾਡੀਆਂ ਬੱਚੀਆਂ ਧੀਆਂ ਵੀ, ਮੈਂ ਤਾਂ ਕਹਿਣਾ ਬਜ਼ੁਰਗ ਮਾਵਾਂ ਵੀ ਪਿੱਛੇ ਨਹੀਂ ਰਹੀਆਂ, ਉਹ ਵੀ ਕਹਿੰਦੇ ਭਾਈ ਘੰਧੋਲੀ ਦੇ ਅੰਦਰ ਲਾ ਲਓ, ਵੀ ਉੱਧਰ ਤਾਂ ਸ਼ਰਾਬ ਵਾਲੇ ਫਿਰ ਠੀਕ ਨਹੀਂ, ਬਾਹਰ ਬੂਰ ਦੇ ਲੋ ਮੁੰਡੇ ਆ ਜਾਂਦੇ ਹਨ। ਦੇਖੋ ਸਿਆਣੀਆਂ ਵੀ ਬਣਦੀਆਂ ਹਨਾ, ਵੀ ਅੰਦਰ ਜੇ ਲਾ ਲਓ, ਵੀ ਮਤਲਬ ਗੰਦ ਹੀ ਪਾਉਣਾ ਗਲੀ 'ਚ ਪਾ ਲਓ, ਕੋਈ ਜ਼ਰੂਰੀ ਥੋੜਾ ਹੈ ਵੀ ਗੰਦ ਅੰਦਰ ਪਾਉਣਾ ਤੇ ਬਾਹਰ ਪਾਉਣਾ, ਹੈ ਤੇ ਗੰਦ ਹੀ। ਗੰਦ ਤੇ ਕੱਪੜਾ ਪਾ ਕੇ ਢਕਿਆ ਜਾ ਸਕਦਾ? ਬੋਲੋ ਨਹੀਂ ਨਹੀਂ ਜੀ, ਗੰਦ ਨੇ ਤੇ ਗੰਦ ਹੀ ਰਹਿਣਾ ਨਾ, ਛੇਤੀ ਪਤਾ ਲੱਗ ਜੂ ਸਾਡੀਆਂ ਕਰਤੂਤਾਂ ਦਾ। ਵਧੀਆ ਗੱਲ ਨਹੀਂ ਵੱਡਾ ਭਾਂਬੜ ਬਲਣਾ, ਜਿਵੇਂ ਆ ਦੇਖੋ ਤੁਸੀਂ ਆ ਬਾਹਰਲੇ ਆਪਾਂ ਕਹਿੰਦੇ ਬੱਚੇ ਜਾ ਕੇ ਵਿਦੇਸ਼ਾਂ ਜੀ, ਘਰ ਵਾਲੇ ਨੂੰ ਨਹੀਂ ਬੁਲਾਇਆ, ਉੱਥੇ ਜੀ ਮਾਹੌਲ ਦਾ ਅਸਰ ਕਿਵੇਂ ਹੋ ਗਿਆ ਜੀ? ਅਸਰ ਸਾਰਿਆਂ ਤੇ ਨਹੀਂ ਹੁੰਦਾ। ਉਹੀ ਹੈ ਨਾ ਕਾਰਨ ਕੀ ਹੈ ਇਹ? ਬਸ ਕਾਰਨ ਇਹ ਹੈ ਕਿ ਜੋ ਕੁਝ ਅਸੀਂ ਆਪਦੇ ਬੱਚਿਆਂ ਨੂੰ ਦਿਖਾਇਆ ਜਾਂ ਜੋ ਕੁਝ ਸੁਣਾਇਆ, ਉਹਦਾ ਅਸਰ ਉੱਦਾਂ ਦਾ ਹੋਇਆ। ਇੱਦਾਂ ਦਾ ਵੀ ਸਮਾਂ ਸੀ ਕਿ ਮਾਂ ਪਿਓ ਆਪਣੇ ਬੱਚਿਆਂ ਨੂੰ ਸਿੱਖਿਆ ਹੀ ਇੱਦਾਂ ਦੀ ਦਿੰਦਾ ਸੀ ਕਿ ਬੱਚਾ ਸਾਰੀ ਜ਼ਿੰਦਗੀ ਉਹ ਸਿੱਖਿਆ ਤੋਂ ਤਸ ਤੋਂ ਮਸ ਜਾਂ ਅੱਗੇ ਤੋਂ ਪਿੱਛੇ ਵੀ ਨਹੀਂ ਹੁੰਦਾ ਸੀ। ਤੇ ਲਾਸਟ ਵਿੱਚ ਭਾਈ ਸਾਹਿਬ ਮੇਰਾ ਸਵਾਲ ਇਹ ਹੈ ਕਿ ਜਿਹੜਾ ਆਪਾਂ ਇਹ ਸੱਭਿਆਚਾਰ ਤੇ ਗੱਲ ਕੀਤੀ ਹੈ, ਕਿੱਦਾਂ ਨਿਘਾਰ ਆ ਗਿਆ, ਤੇ ਆਪਾਂ ਆਪਣੇ ਸਰੋਤਿਆਂ ਨੂੰ ਸੰਦੇਸ਼ ਦੇਣਾ ਚਾਹੀਏ ਕਿ ਜਾਂ ਆਪਾਂ ਸਰੋਤਿਆਂ ਨੂੰ ਦੱਸਣਾ ਚਾਹੀਏ ਕਿ ਇਹ ਤੋਂ ਬਚਾਅ ਕਿੱਦਾਂ ਕੀਤਾ ਜਾ ਸਕਦਾ, ਜਿਹੜਾ ਮਾੜੇ ਪ੍ਰਭਾਵਾਂ ਤੋਂ, ਮਾੜੇ ਸੱਭਿਆਚਾਰ ਤੋਂ, ਲੱਚਰਤਾ ਤੋਂ ਕਿੱਦਾਂ ਅਸੀਂ ਬਚ ਸਕਦੇ ਹਾਂ, ਕਿਹੜੇ ਸਰੋਤਾਂ ਰਾਹੀਂ ਕਿ ਅਸੀਂ ਬਚੀਏ? ਦੇਖੋ ਭਾਈ ਸਾਹਿਬ, ਇੱਕ ਨਾ ਬਾਣੀ ਦਾ ਵਾਕ ਹੈ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇਹ ਮੋਹਨ, ਇਹ ਮੇਰੇ ਪ੍ਰਮਾਤਮਾ ਜੀ, ਸਿੱਖਾ ਜੇ ਤੂੰ ਬਚਣਾ ਹੈ ਨਾ, ਤੂੰ ਜੀ ਬਾਣੀ ਪੜਿਆ ਕਰ, ਸੋਹਣੀ ਗੱਲ ਆ, ਪਰ ਜੇ ਪੜਦਾ ਵੀ ਆ ਤਾਂ ਵੀ ਇਹ ਅਰਦਾਸ ਕਰਿਆ ਕਰ ਰੋਜ਼ ਜੀ, ਘਰੋਂ ਨਿਕਲਦਾ ਨਾ ਜਦੋਂ, ਵੀ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਵੀ ਇਹ ਪ੍ਰਮਾਤਮਾ ਜੀ ਮੇਰੇ ਪਿਆਰੇ ਮੋਹਨ ਜੀ, ਮੈਨੂੰ ਇਦਾਂ ਦੇ ਬੋਲ ਮੇਰੇ ਕੰਨਾਂ 'ਚ ਪੈਣ ਹੀ ਨਾ ਜੀ, ਜਿਹੜੇ ਬੋਲ ਸੁਣਨ ਨਾਲ ਮੇਰੀ ਸੁਰਤ ਦਾ ਬੈਲੈਂਸ ਵਿਗੜੇ ਜੀ। ਤੇ ਆਪਾਂ ਰੋਜ਼ ਪੜ੍ਹਦੇ ਆ ਨਾ ਅਰਦਾਸ 'ਚ ਜੀ, ਵੀ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਜੀ ਨਾਮ ਚਿੱਤ ਆਵੇ, ਵੀ ਉਹਨਾਂ ਪਿਆਰਿਆਂ ਦੇ ਮੇਲ ਮੇਲੋ ਜਿਨ੍ਹਾਂ ਦਾ ਮਿਲਣ ਦੇ ਨਾਲ ਮੈਨੂੰ ਤੇਰਾ ਨਾਮ ਚਿੱਤ ਆਵੇ, ਮੈਂ ਤੇਰੇ ਨਾਲ ਜੁੜਿਆ ਰਹਾਂ ਹੈ ਨਾ ਜੀ। ਇਹੀ ਕਹਿੰਦੇ ਆ ਨਾ ਜੀ, ਵੀ ਭਾਵ ਕਿ ਸਾਨੂੰ ਇਹ ਦਿਮਾਗ ਦੇ ਵਿੱਚ ਚੱਲਣੀ ਚਾਹੀਦੀ ਹੈ ਸਾਡੀ ਗੱਲ। ਤੇ ਦੂਜੀ ਗੱਲ, ਆਨੰਦ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਇਹ ਸ਼ਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ, ਸੱਚ ਹੈ ਸੁਣਨਾ ਨੋ ਪਠਾਏ ਸਰੀਰ ਲਾਏ। ਕਾਹਦੇ ਵਾਸਤੇ ਲਾਏ ਆ? ਸੁਣੋ ਸਤ ਬਾਣੀ, ਕੰਨ ਬਾਣੀ ਸੁਣਨ ਵਾਸਤੇ ਲਾਏ ਆ, ਭਾਵ ਚੰਗੀਆਂ ਵਿਚਾਰਾਂ ਹਨਾ। ਸੁਣੋ ਸਤ ਬਾਣੀ, ਫਿਰ ਕੀ ਹੋ ਜਾਣਾ? ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਭਾਵ ਕਿ ਹਰਿਆ ਹੋ ਜਾਣਾ ਤੇਰਾ ਮਨ ਤੇ ਤਨ, ਜਿਵੇਂ ਆਪਾਂ ਹਰੇ ਬਾਈ ਦੇ ਵਿੱਚ ਬੈਠੇ ਸੋਹਣਾ ਲੱਗਦਾ ਨਾ, ਤੇਰਾ ਮਨ ਵੀ ਐਵੇਂ ਹਰਿਆ ਹੋ ਜਾਣਾ, ਭਾਵ ਤੇਰੇ ਕੋਲੇ ਬਹਿਣ ਨੂੰ ਦਿਲ ਕਰੂਗਾ। ਬਿਲਕੁਲ ਜੀ, ਨਹੀਂ ਤੇ ਸੁੱਕੇ ਪਏ ਆ ਲੋਕ ਅੱਜ, ਕਿਉਂਕਿ ਚੰਗੀ ਵਿਚਾਰ ਨਹੀਂ ਅੰਦਰ। ਇਸ ਤੋਂ ਬਚਣ ਦਾ ਇੱਕੋ ਇੱਕ ਇਹੋ ਹੀ ਮਕਸਦ ਹੈ, ਇਹੋ ਹੀ ਵਾਹਿਗੁਰੂ ਸਾਡੇ ਕੋਲੇ ਹੱਲ ਹੈ, ਗੁਰਬਾਣੀ ਪੜ੍ਹੋ। ਮੈਂ ਤਾਂ ਕਹਿਣਾ ਵੀ ਪਹਿਲਾਂ ਮਾਂ ਬਾਪ ਪੜ੍ਹ ਲੈਣ, ਬੱਚਿਆਂ ਨੂੰ ਫੇਰ ਸਮਝਾ ਲਿਆ, ਨਹੀਂ ਤਾਂ ਹਾਲਾਤ ਪਤਾ ਕੀ ਹੈ, ਬੱਚੇ ਤੇ ਜੂੜਾ ਰੱਖਿਆ ਬਾਪ ਮੁੰਨਾ ਜਿੱਦਾਂ ਦੇ ਮੈਨੂੰ ਵੀਰ ਮਿਲਦੇ ਫੀਲਡ 'ਚ, ਉਹ ਇੱਦਾਂ ਮੇਰੇ ਜਦੋਂ ਕਿਤੇ ਜਾਈਦਾ ਨਾ, ਉਹ ਬੁਲਾ ਲੈਂਦੇ ਆ ਵੀ ਆ ਬੈਠੋ ਰੇ ਆਓ, ਇਹ ਤੋਂ ਸੁਣੋ ਜੀ ਇੱਕ ਓਂਕਾਰ ਜੀ, ਫਿਰ ਹੱਸੀ ਦਾ ਕਈ ਵਾਰੀ ਵੀ ਚਲੋ ਸੁਣ ਲੈਂਦੇ ਆ, ਗੱਲ ਤੇ ਚੰਗੀ ਕਰਦੇ ਹਨ ਜੀ। ਉਹ ਬੱਚਾ ਸੁਣਾ ਦਿੰਦਾ ਇੱਕ, ਇਹਨੂੰ 5 ਬਾਣੀਆਂ ਜਵਾਨੀ ਯਾਦ ਹੈ ਬਾਬਾ ਜੀ, ਭਾਈ ਸਾਹਿਬ ਜਵਾਨੀ ਯਾਦ। ਮੈਂ ਕਿਹਾ ਵੀ ਸੋਹਣੀ ਗੱਲ ਹੈ, ਇਹ ਰੋਜ਼ ਤੜਕੇ ਉੱਠ ਕੇ ਪਾਠ ਕਰਦਾ ਜੀ। ਪੁੱਛੀਏ ਵੀ ਆਪਾਂ ਭਾਈ, ਸਾਡੀ ਤਾਂ ਜੀ ਫਿਰ ਸੁਸਾਇਟੀ ਇੱਦਾਂ ਦੀ ਹੈ ਵੀ ਕਿੰਨਾ ਕੁ ਚਿਰ ਬੱਚੇ ਸਿੱਖੀ ਵੱਲ ਤੋਂ, ਭਾਵ ਕਿ ਪਹਿਲਾਂ ਮਾਂ ਬਾਪ ਸਿਆਣਾ ਹੋ ਜਾਵੇ। ਬਿਲਕੁਲ, ਮੈਂ ਕਹਿੰਦਾ ਵੀ ਮਾਂ ਬਾਪ ਦੀ ਵੀ ਛੱਡੋ, ਦਾਦਾ ਦਾਦੀ ਸਿਆਣਾ ਹੋ ਜਾਵੇ। ਦਾਦਾ ਦਾਦੀ ਪੋਤਰੇ ਦੇ ਉੱਠਣ ਤੋਂ ਪਹਿਲਾਂ ਗੁਰਦੁਆਰੇ ਗਿਆ ਹੋਵੇ, ਦਾਦੀ ਦੇ ਪਹਿਲਾਂ ਪੋਤਰੀ ਦੇ ਉੱਠਣ ਤੋਂ ਪਹਿਲਾਂ ਬਾਣੀ ਪੜ੍ਹਦੀ ਹੋਵੇ, ਇਹਦਾ ਪ੍ਰਭਾਵ ਪਊਗਾ। ਹੋ ਨਹੀਂ ਸਕਦਾ ਜਦੋਂ ਬੱਚੇ ਤੁਹਾਡੇ ਗਲਤ ਰਸਤੇ ਤੇ ਤੁਰਨਗੇ ਨਾ, 100 ਬੰਦੇ ਉਹਨੂੰ ਸਮਝਾਉਣ ਵਾਲੇ ਹੋਣਗੇ ਵੀ ਤੇਰੇ ਮਾਂ ਬਾਪ ਦਾਦਾ ਦਾਦੀ ਕਿੱਦਾਂ ਦੇ, ਤੂੰ ਇਹ ਕੀ ਕਰਦਾ। ਬਿਲਕੁਲ, ਤੇ ਜੇ ਮਾਂ ਬਾਪ ਹੀ ਵਿਗੜੇ ਨੇ ਤੇ ਫਿਰ ਪਤਾ ਸਾਡੇ ਸਮਾਜ ਦੇ ਵਿੱਚ ਇੱਕ ਕਹਾਵਤ ਪ੍ਰਚਲਿਤ ਹੈ ਵੀ ਇਹਨਾਂ ਦਾ ਤਾਂ ਸਾਰਾ ਆਵਾ ਹੀ ਉੱਤੇ, ਬਸ ਅਗਲੀ ਗੱਲ ਤੁਸੀਂ ਪੂਰੀ ਕਰ ਦਿਓ। ਇਹ ਲੋਕ ਸਾਡੇ ਮੂੰਹ ਤੇ ਨਹੀਂ ਕਹਿੰਦੇ, ਪਿੱਠ ਪਿੱਛੇ ਜ਼ਰੂਰ ਕਹਿਣਗੇ। ਬਿਲਕੁਲ, ਤੇ ਇਸ ਕਰਕੇ ਜੇ ਬਾਣੀ ਪੜ੍ਹੀਏ ਤੇ ਬਾਣੀ ਦੇ ਵਿੱਚ ਉਹ ਸ਼ਕਤੀ ਹੈ, ਉਹ ਪਾਵਰ ਹੈ, ਸਾਨੂੰ ਇਹਨਾਂ ਗੱਲਾਂ ਵੱਲੋਂ ਮੋੜ ਲਿਆਵੇਗੀ। ਉਹਦੇ ਤੇ ਕੋਈ ਅਸਰ ਨਹੀਂ ਹੋਣਾ। ਇਤਿਹਾਸ ਪੜ੍ਹ ਲਓ ਤੁਸੀਂ, ਇਤਿਹਾਸ 'ਚ ਅਨੇਕਾਂ ਉਦਾਹਰਨਾਂ ਨੇ ਹੈ ਨਾ, ਤੇ ਇਸ ਚੀਜ਼ ਤੋਂ ਬਚਿਆ ਜਾ ਸਕਦਾ। ਬਾਣੀ ਪੜ੍ਹੋ, ਬਸ ਸਹਿਜ ਪਾਠ ਆਪਣਾ ਆਪ ਕਰੋ ਤੇ ਤਾਂ ਬਚਿਆ ਜਾ ਸਕਦਾ। ਸਰੋਤ ਨੇ ਬਾਣੀ ਪੜ੍ਹੀਏ, ਕੀਰਤਨ ਸੁਣੀਏ, ਸਾਡਾ ਇਤਿਹਾਸ ਸੁਣੀਏ, ਇਤਿਹਾਸ ਦੇ ਨਾਲ ਰਿਲੇਟਡ ਬੜੇ ਇੱਦਾਂ ਦੇ ਲੈਕਚਰ ਸਾਨੂੰ ਮਿਲ ਸਕਦੇ ਨੇ, ਬੜੇ ਕਥਾਵਾਚਕ ਨੇ ਜਿਹੜੇ, ਬੜੇ ਪ੍ਰਚਾਰਕ ਨੇ ਜਿਹੜੇ ਬਿਲਕੁਲ ਨਿਰੋਲ ਤੱਤ ਨੂੰ ਸਾਹਮਣੇ ਲੈ ਕੇ ਆਉਂਦੇ ਨੇ।
ਅਸੀਂ ਬਾਣੀ ਪੜ੍ਹ ਸੁਣ ਸਮਝ ਕੇ ਆਪਣੇ ਅਸਲੀ ਸੱਭਿਆਚਾਰ ਨੂੰ ਅਪਣਾਈਏ। ਸਾਡੇ ਸੱਭਿਆਚਾਰ ਦਾ ਹਿੱਸਾ ਭਾਈ ਤਾਰੂ ਸਿੰਘ ਜੀ ਨੇ, ਭਾਈ ਮਤੀ ਦਾਸ ਜੀ ਨੇ, ਭਾਈ ਦਿਆਲਾ ਜੀ ਨੇ, ਭਾਈ ਬੋਤਾ ਸਿੰਘ ਗਰਜਾ ਸਿੰਘ ਨੇ, ਭਾਈ ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਨੇ, ਭਾਈ ਨਨਕਾਣਾ ਸਾਹਿਬ ਦਾ ਸਾਕਾ ਪੜ੍ਹ ਕੇ ਦੇਖੋ। ਨਨਕਾਣਾ ਸਾਹਿਬ ਦਾ ਜੰਡ ਸਾਡੇ ਸੱਭਿਆਚਾਰ ਦਾ ਇੱਕ ਵੱਡਾ ਹਿੱਸਾ ਹੈ। ਤੇ ਬੇਨਤੀ ਇਹੀ ਹੈ ਸਾਡੇ ਸਰੋਤਿਆਂ ਨੂੰ ਕਿ ਕਿਰਪਾ ਕਰਕੇ ਅਸੀਂ ਆਪਣੇ ਅਸਲੀ ਸੱਭਿਆਚਾਰ ਦੀ ਪਹਿਚਾਣ ਕਰੀਏ। ਅਸਲੀ ਸੱਭਿਆਚਾਰ ਨੂੰ ਪਹਿਚਾਣ ਕੇ, ਅਸਲੀ ਸੱਭਿਆਚਾਰ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਸਲੀ ਸੱਭਿਅਤਾ, ਗੁਰਬਾਣੀ, ਗੁਰ ਇਤਿਹਾਸ, ਸਿਧਾਂਤ ਤੇ ਮਰਜ਼ਾਦਾ ਲਾਗੂ ਕਰੀਏ ਤੇ ਆਪਣੇ ਬੱਚਿਆਂ ਨੂੰ, ਆਉਣ ਵਾਲੀ ਜਿਹੜੀ ਪੀੜ੍ਹੀ ਨੂੰ ਵੀ ਇਸ ਨਾਲ ਜੋੜ ਕੇ ਅਸੀਂ ਸਿੱਖੀ ਦੇ ਪ੍ਰਚਾਰ ਨੂੰ ਅੱਗੇ ਪ੍ਰਫੁੱਲਤ ਕਰੀਏ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਰਘਬੀਰ ਸਿੰਘ ਜੀ ਖਿਆਲੀਵਾਲਾ ਸਾਹਿਬ, ਜਿਨ੍ਹਾਂ ਨੇ ਬੜੇ ਹੀ ਖੁੱਲ੍ਹੇ ਤਰੀਕੇ ਦੇ ਨਾਲ, ਬੜਾ ਖੋਲ੍ਹ ਕੇ ਇਸ ਵਿਸ਼ੇ 'ਤੇ ਗੱਲਬਾਤ ਕੀਤੀ ਹੈ। ਕਿੱਥੋਂ ਇਹ ਸਾਰਾ ਸਿਸਟਮ ਚੱਲਿਆ, ਕਿੱਦਾਂ ਜਿਹੜਾ ਕਹਿ ਲਓ ਕਿ ਪੰਜਾਬ ਦੇ ਵਿੱਚ ਇਹ ਲੱਚਰਤਾ ਪੈਦਾ ਹੋਈ ਹੈ, ਇਸ ਵਿਸ਼ੇ 'ਤੇ ਗੱਲਬਾਤ ਕੀਤੀ ਹੈ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸੁਣਨ ਵਾਲੇ ਸਾਰੇ ਸਰੋਤਿਆਂ ਦਾ ਧੰਨਵਾਦ। ਫਿਰ ਤੋਂ ਬੇਨਤੀ ਹੈ ਕਿ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵਧੀਆ ਟੌਪਿਕਾਂ 'ਤੇ, ਇਸ ਤੋਂ ਵਧੀਆ ਹੋਰ ਚੜ੍ਹਦੀ ਕਲਾ ਦੇ ਨਾਲ ਅਸੀਂ ਗੁਰਮਤਿ ਦੇ ਪ੍ਰਚਾਰ ਦੇ ਵਿੱਚ, ਸਿੱਖੀ ਦੇ ਪ੍ਰਚਾਰ ਦੇ ਵਿੱਚ ਵਾਧਾ ਕਰ ਸਕੀਏ। ਵੱਧ ਤੋਂ ਵੱਧ ਸਪੋਰਟ ਕਰੋ, ਸ਼ੇਅਰ ਕਰੋ, ਚੈਨਲ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।